ਵਾਹਿਗੁਰੂ ਸਾਹਿਬ ਜੀਓ। ਪ੍ਰਭ ਦਾਤੋ ਦਾਤਾਰ, ਕਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਣ, ਜਿਹ ਲਗ ਭਵ ਜਲ ਤਰਨਾ। ਬਿਨਤ ਕਰੂੰ ਅਰਦਾਸ, ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਉ, ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਆਲੋਕੇ, ਨਮਸਤੰ ਅਸ਼ੋਕੇ, ਨਮਸਤੰ ਨ੍ਰਿਤਾਪੇ, ਨਮਸਤੰ ਅਥਾਪੇ, ਨਮਸਤੰ ਨਿਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ, ਨਮਸਤੰ ਅਸਰਗੇ, ਨਮਸਤੰ ਪਰਭੋਗੇ, ਨਮਸਤੰ ਸੋਜੋਗੇ, ਨਮਸਤੰ ਆਰੰਗੇ, ਨਮਸਤੰ ਅਪ
ਭੰਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਕੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੀ ਇਸ ਮਨੁੱਖਾ ਦੇਹੀ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦੇ 11ਵੇਂ ਤੋਂ ਲੈ ਕੇ 15 ਤੱਕ ਆਪ ਜੀ ਨੇ 5 ਸ਼ੰਤਾਂ ਦਾ ਪਾਠ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਔਰ ਨਾਲ ਉਹਦੀ ਅਵਸਥਾ ਕਿਹੜੀ ਹੈ, ਉਹ ਕਿਵੇਂ ਦੀ ਦਸ਼ਾ ਵਿੱਚ ਬਿਰਾਜਦਾ ਹੈ, ਉਹਦੀ ਵਿਚਾਰ ਵੀ ਇਹਨਾਂ ਸ਼ਬਦਾਂ ਵਿੱਚ ਕਲਗੀਧਰ ਪਾਤਸ਼ਾਹ ਨੇ ਦੱਸੀ ਹੈ। ਨਮਸਕਾਰ ਹੈ ਤੈਨੂੰ ਨਿਰਨਾਮ ਹੈ, ਤੇਰਾ ਕੋਈ ਨਾਮ ਨਹੀਂ ਹੈ। ਜਾਂ ਇਉਂ ਕਹੀਏ, ਉਸ ਨੂੰ ਆਪਣੇ ਨਾਮ ਨਾਲ ਕਾਮਣਾ ਨਹੀਂ। ਜਿਵੇਂ ਆਮ ਤੌਰ 'ਤੇ ਹਰ ਇੱਕ ਜੀਵ ਦਾ ਇਹ ਪ੍ਰਯੋਜਨ ਹੈ, ਆਪਣੇ ਨਾਮ ਨਾਲ ਹਰ ਇੱਕ ਜੁੜਿਆ ਹੋਇਆ ਹੈ। ਨਮਸਤੰ ਨਿਰਨਾਮੇ, ਕਲਗੀਧਰ ਪਾਤਸ਼ਾਹ ਕਹਿੰਦੇ ਤੈਨੂੰ ਆਪਣਾ ਨਾਮ ਚਲਾਉਣ ਦੀ ਕੋਈ ਖਵਾਇਸ਼ ਨਹੀਂ। ਭਾਵੇਂ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਨਾਮ ਰੱਬ ਦਾ ਹੀ ਚੱਲਦਾ ਹੈ। ਹਰ ਇੱਕ ਮਨੁੱਖ ਗਾਹੇ ਬਗਾਹੇ, ਭਾਵੇਂ ਉਹਨੂੰ ਕੋਈ ਮੰਨਦਾ ਨਹੀਂ ਮੰਨਦਾ, ਜ਼ਰੂਰ ਉਹਦਾ ਨਾਮ ਲਏਗਾ। ਨਮਸਤੰ ਨਿਰਨਾਮੇ, ਪਰ ਤੇਰੇ ਵਿੱਚ ਕੋਈ ਵੀ ਖਵਾਇਸ਼ ਨਹੀਂ ਕਿ ਕੋਈ ਮੇਰਾ ਨਾਮ ਲਵੇ, ਮੇਰੀ ਉਸਤਤ ਹੋਵੇ, ਮੇਰੀ ਵਡਿਆਈ ਹੋਵੇ। ਇਹ ਇੱਕ ਸੁਭਾਅ ਹੈ। ਇੱਕ ਥਾਂ ਤੇ ਹਜ਼ੂਰ ਨੇ ਬਚਨ ਕੀਤਾ, ਆਮ ਦੁਨੀਆ ਸਾਡਾ ਉਹਦੇ ਨਾਲ ਜੋੜ ਹੀ ਤਾਂ ਨਹੀਂ ਬਣਦਾ। ਸਾਡੇ ਵਿੱਚ ਤਮਾ ਹੈ, ਤਾਮਸੀ ਗੁਣ ਹੈ। ਸਾਡੇ ਵਿੱਚ ਤਮਾ ਹੈ ਵੱਡੇ ਹੋਣ ਦੀ, ਨਾਂ ਚਲਾਉਣ ਦੀ, ਪ੍ਰਸਿੱਧ ਹੋਣ ਦੀ ਗੱਲ ਹੈ। ਪਰ ਰੱਬ ਦਾ ਇਹ ਸੁਭਾਅ ਨਹੀਂ। ਇਸ ਲਈ ਜਿੰਨਾ ਜਿੰਨਾ ਕੋਈ ਉਹਦੇ ਨੇੜੇ ਹੋਏਗਾ, ਉਹਦੇ ਵਿੱਚੋਂ ਇਹ ਲਾਲਸਾ ਢਹਿੰਦੀ ਜਾਏਗੀ, ਖਤਮ ਹੁੰਦੀ ਜਾਏਗੀ। ਸਹਿਜੇ ਸਹਿਜੇ ਆਪਣੇ ਆਪ ਨੂੰ ਉਹ ਤੋੜਦਾ ਜਾਏਗਾ, ਲੀਨ ਕਰਦਾ ਜਾਏਗਾ। ਉਹਦੇ ਵਿੱਚ ਇੱਕ ਖਵਾਇਸ਼, ਕਿਉਂਕਿ ਜਿਹਦੇ ਨਾਲ ਉਹਦੀ ਮਿੱਤਰਤਾ ਬਣਦੀ ਜਾ ਰਹੀ ਹੈ, ਜਿਸ ਰੱਬ ਨਾਲ ਉਹਦਾ ਪਿਆਰ ਬਣਦਾ ਜਾ ਰਿਹਾ, ਉਹਦੇ ਵਿੱਚ ਇਹ ਖਵਾਇਸ਼ ਹੀ ਨਹੀਂ ਮੇਰਾ ਨਾਮ ਚੱਲੇ। ਨਿਰਨਾਮੇ ਹੈ, ਨਾਮ ਤੋਂ ਰਹਿਤ, ਨਾਮ ਦੀ ਖਵਾਇਸ਼ ਨਹੀਂ। ਤਾਂ ਜਦੋਂ ਜਪਣ ਵਾਲੇ ਦੇ ਮਨ ਵਿੱਚ ਇਹ ਖਵਾਇਸ਼ ਹੁੰਦੀ ਹੈ ਕਿ ਮੈਂ ਹਾਂ, ਉਦੋਂ ਉਹਦੇ ਨਾਲ ਸੰਪਰਕ, ਉਹਦੇ ਨਾਲ ਕਨੈਕਸ਼ਨ ਬਣਨਾ ਔਖਾ ਹੋ ਜਾਂਦਾ ਹੈ। ਇਹ ਜਿਹੜਾ ਲਫ਼ਜ਼ ਹੈ ਨਿਰਨਾਮੇ, ਇੱਕ ਤਰ੍ਹਾਂ ਦੀ ਸਿੱਖਿਆ ਵੀ ਹੈ ਧਾਰਮਿਕ ਪਾਂਧੀਆਂ ਵਾਸਤੇ ਕਿ ਜੇ ਤੂੰ ਉਹਦੇ ਦਰ 'ਤੇ ਪ੍ਰਵਾਨ ਹੋਣਾ ਹੈ, ਜੇ ਉਹਦੇ ਦਰ ਦੇ ਉੱਤੇ ਤੂੰ ਪ੍ਰਵਾਨਗੀ ਲੈਣੀ ਹੈ, ਤਾਂ ਤੈਨੂੰ ਅੰਦਰੋਂ ਇਸ ਤਰ੍ਹਾਂ ਬਣਨਾ ਪਏਗਾ, ਨਿਰਨਾਮੇ ਹੋਣਾ ਪਏਗਾ। ਤੈਨੂੰ ਭੁੱਲ ਜਾਣਾ ਚਾਹੀਦਾ ਮੈਂ ਕੌਣ ਹਾਂ। ਇਹ ਗੱਲਾਂ ਤੇਰੇ ਅੰਦਰੋਂ ਟੁੱਟ ਜਾਣੀਆਂ ਚਾਹੀਦੀਆਂ ਨੇ ਕਿ ਮੇਰੇ ਕੋਲ ਇੰਨਾ
ਧਨ ਹੈ, ਮੇਰੇ ਕੋਲ ਇੰਨਾ ਵੱਡਾ ਅਹੁਦਾ ਹੈ, ਮੇਰੇ ਕੋਲ ਇੰਨੀ ਵਿੱਦਿਆ ਹੈ, ਮੇਰੇ ਕੋਲ ਇੰਨੀ ਤਾਕਤ ਹੈ, ਮੇਰੇ ਕੋਲ ਇੰਨਾ ਹੁਨਰ ਹੈ, ਕਲਾ ਹੈ। ਇਹਨਾਂ ਗੱਲਾਂ ਨੂੰ ਭੁਲਾਉਣ ਦਾ ਅਭਿਆਸ ਕਰ, ਚੇਤਾ ਨਾ ਰਹੇ। ਇੱਥੋਂ ਤੱਕ ਚਲਾ ਜਾਈ, ਤੈਨੂੰ ਇਹ ਵੀ ਚੇਤਾ ਨਾ ਰਹੇ ਮੈਂ ਕਿੱਡਾ ਕੁ ਵੱਡਾ ਭਗਤ ਹਾਂ, ਕਿੰਨੀ ਭਗਤੀ ਕੀਤੀ ਹੈ, ਮੈਂ ਕਿੰਨਾ ਕੁ ਵੱਡਾ ਸੇਵਾਦਾਰ ਹਾਂ। ਇਹ ਭੁਲਾਉਣ ਦਾ ਇੱਕ ਅਭਿਆਸ ਹੈ। ਆਦਮੀ ਆਪਣੇ ਜੀਵਨ ਦੀਆਂ ਚੰਗਿਆਈਆਂ ਤੇ ਬੁਰਾਈਆਂ ਦੋਵਾਂ ਤੋਂ ਉੱਚਾ ਉੱਠ ਜਾਏ, ਦੋਵਾਂ ਨੂੰ ਭੁਲਾਉਂਦਾ ਜਾਏ, ਇਹ ਅਭਿਆਸ ਕਰੇ। ਨਹੀਂ ਤੇ ਆਮ ਤੌਰ ਤੇ ਚਲੋ ਬੁਰਾਈ ਬੰਦਾ ਛੱਡੇ, ਚੰਗੀ ਗੱਲ ਹੈ, ਬੁਰਾਈ ਛੱਡਦਾ ਹੈ ਤੇ ਚੰਗਿਆਈ ਕਰਦਾ ਹੈ, ਤੇ ਚੰਗਿਆਈ ਨੂੰ ਚੇਤੇ ਕਰਦਾ ਰਹਿੰਦਾ ਹੈ, ਚੰਗਿਆਈ ਦਾ ਸਿਮਰਨ ਕਰਦਾ ਰਹਿੰਦਾ ਹੈ, ਚੰਗੇ ਕੰਮਾਂ ਨੂੰ ਯਾਦ ਕਰਦਾ ਰਹਿੰਦਾ ਹੈ। ਇੱਕ ਛੱਡਿਆ ਦੂਜਾ ਫੜ ਲਿਆ। ਜਾਂ ਇਉਂ ਕਹੋ, ਇੱਕ ਬੰਦੇ ਦੇ ਗਲ ਵਿੱਚ, ਪੈਰਾਂ ਵਿੱਚ, ਹੱਥਾਂ ਵਿੱਚ ਇੱਕ ਸੰਗਲ ਲੋਹੇ ਦਾ ਸੀ, ਲੋਹੇ ਦੇ ਸੰਗਲ ਨਾਲ ਉਹਦੇ ਹੱਥ ਵੱਜੇ ਹੋਏ। ਤਾਂ ਉਹਨੇ ਕਿਸੇ ਨੂੰ ਕਿਹਾ, ਕੋਲੋਂ ਕੋਈ ਨਿਕਲਿਆ, ਉਹਦੇ ਹੱਥਾਂ ਵਿੱਚ ਸੋਨੇ ਦਾ ਸੰਗਲ ਸੀ। ਤਾਂ ਜਿਹਦੇ ਹੱਥ ਲੋਹੇ ਦੇ ਸੰਗਲ ਨਾਲ ਵੱਜੇ ਸਨ, ਉਹਨੇ ਇੱਕ ਪੁਕਾਰ ਕੀਤੀ, ਕਹਿਣ ਲੱਗਾ, ਆ ਮੇਰੇ ਹੱਥੋਂ ਲੋਹੇ ਦਾ ਸੰਗਲ ਖੋਲ ਕੇ ਤੂੰ ਆਪਣੇ ਸੋਨੇ ਦੇ ਸੰਗਲ ਨਾਲ ਮੇਰੇ ਹੱਥ ਬੰਨ੍ਹ ਦੇ। ਉਹਨੇ ਕਿਹਾ ਵੀ ਇਹਦਾ ਤੈਨੂੰ ਕੀ ਲਾਭ ਹੈ? ਕਹਿਣ ਲੱਗੇ ਸੋਨੇ ਦਾ ਸੰਗਲ ਹੈ। ਕਹਿੰਦੇ ਲੋਹੇ ਤੇ ਸੋਨੇ ਵਿੱਚ ਫਰਕ ਹੋ ਸਕਦਾ ਹੈ, ਪਰ ਬੰਧਨ ਵਿੱਚ ਤੇ ਕੋਈ ਫਰਕ ਨਹੀਂ ਨਾ। ਜਿਵੇਂ ਲੋਹੇ ਨੇ ਬੰਨਿਆ ਉਸ ਤਰ੍ਹਾਂ ਸੋਨਾ ਬੰਨ੍ਹ ਦੇਗਾ, ਤੈਨੂੰ ਕੀ ਲਾਭ ਇਸ ਦਾ? ਬੁਰਾਈ ਜਿਹੜੀ ਹੈ ਲੋਹੇ ਦਾ ਸੰਗਲ ਹੈ, ਉਹ ਵੀ ਬੰਧਨ ਹੈ। ਚੰਗਿਆਈ ਕਰਨੀ ਗਲਤ ਨਹੀਂ, ਪਰ ਉਹਦੇ ਨਾਲ ਜੁੜ ਜਾਣਾ ਗਲਤ ਹੈ। ਉਹਦੇ ਨਾਲ ਆਪਣੇ ਆਪ ਨੂੰ ਦਿਨ ਰਾਤ ਉਹਦਾ ਸਿਮਰਨ ਕਰਨਾ, ਜਿਹਨੂੰ ਰਵਿਦਾਸ ਜੀ ਨੇ ਕਿਹਾ, ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਜੋਗੀ ਜਤੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਠੀ। ਅੰਦਰੋਂ ਇਹ ਗੱਲ ਖਤਮ ਹੀ ਨਹੀਂ ਹੁੰਦੀ, ਇਹਦਾ ਸਿਮਰਨ ਚੱਲਦਾ ਰਹਿੰਦਾ ਹੈ। ਬੰਦਾ ਰੱਬ ਦਾ ਸਿਮਰਨ ਥੋੜ੍ਹੀ ਕਰਦਾ, ਆਪਣਾ ਕਰਦਾ ਹੈ, ਆਪਣੀ ਵਡਿਆਈ ਦਾ ਕਰਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ, ਇਹ ਸਾਰਾ ਕੁਝ ਹੰਕਾਰ ਵਿੱਚ ਹੀ ਚੱਲਦਾ ਹੈ। ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਦੋਵੇਂ ਫਸ ਗਏ। ਮੂਰਖ ਤੇ ਮੂਰਖ ਹੈ ਹੀ, ਸਿਆਣਾ ਵੀ ਫਸ ਗਿਆ, ਕਿਉਂਕਿ ਉਹਨੇ ਆਪਣੀ ਸਿਆਣਪ ਦਾ ਚਿੰਤਨ ਕੀਤਾ ਦਿਨ ਰਾਤ, ਆਪਣੀ ਚੰਗਿਆਈ ਦਾ ਚਿੰਤਨ ਕੀਤਾ, ਉਹਨੇ ਸਿਮਰਨ ਕਰਦਾ ਰਿਹਾ, ਤਾਂ ਉਹਨੂੰ ਪਤਾ ਹੀ ਨਹੀਂ ਲੱਗਾ ਮੈਂ ਸਿਮਰਨ ਕਿਹਦਾ ਕਰਦਾ ਰਿਹਾ। ਆਮ ਤੌਰ 'ਤੇ ਧਾਰਮਿਕ ਜਗਤ ਵਿੱਚ ਜਦੋਂ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ, ਉਹਨੂੰ ਇਸ ਗੱਲ ਦਾ ਭੁਲੇਖਾ ਲੱਗ ਜਾਂਦਾ ਹੈ। ਉਹਨੂੰ ਇੱਕ ਬੜੀ ਵੱਡੀ ਗਲਤੀ ਲੱਗ ਜਾਂਦੀ। ਉਹ ਕਿਹੜੀ? ਜਦੋਂ ਉਹਨੂੰ ਜਪਦਾ ਹੈ, ਜਪਦਾ ਉਹਨੂੰ ਇਹ ਯਾਦ ਆਪਣੇ ਆਪ ਨੂੰ ਰੱਖਦਾ ਹੈ, ਯਾਦ ਆਪਣੇ ਆਪ ਨੂੰ ਕਰਦਾ, ਮੈਂ ਜਪ ਰਿਹਾ, ਮੈਂ ਜਪ ਰਿਹਾ, ਮੈਂ ਜਪ ਰਿਹਾ, ਮੈਂ ਧਿਆਨ ਲਾਉਣਾ ਹੈ, ਮੈਂ ਮਿਲਣਾ ਹੈ, ਮੇਰੀ ਅਵਸਥਾ ਬਣਨੀ ਹੈ। ਕੰਮ ਤੇ ਇਹ ਸਾਰਾ ਚੱਲਦਾ ਰਹਿੰਦਾ ਹੈ। ਫਿਰ ਹੋਵੇ ਕਿਵੇਂ? ਕਾਰਜ ਸਿੱਧ ਨਹੀਂ ਹੁੰਦਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਰੱਬ ਨੂੰ ਆਉਣ ਦਾ ਤੇ ਰਾਹ ਹੀ ਨਹੀਂ ਦਿੱਤਾ, ਦਰਵਾਜ਼ਾ ਤੇ ਚੰਗੀ ਤਰ੍ਹਾਂ ਬੰਦ ਕਰ ਦਿੱਤਾ, ਕਿੱਥੋਂ ਆਏਗਾ ਉਹ? ਤਾਂ ਧਾਰਮਿਕ ਜਗਤ ਦੀ ਬਹੁਤੀ ਸਾਧਨਾ ਇੱਥੇ ਭਟਕ ਜਾਂਦੀ ਹੈ। ਆਦਮੀ ਜਪਦਾ ਰੱਬ ਨੂੰ ਏ, ਸਿਮਰਨ ਆਪਣਾ ਕਰਦਾ ਰਹਿੰਦਾ, ਮੈਂ ਜਪ ਰਿਹਾ, ਉੱਥੇ ਗਲਤੀ ਹੋ ਜਾਂਦੀ ਹੈ। ਹਜ਼ੂਰ ਨੇ ਕਿਹਾ ਨਹੀਂ, ਜਿਹਨੂੰ ਜਪਣਾ ਸਿਮਰਨ ਵੀ ਉਹਦਾ ਕਰ, ਤੇ ਉਹਦਾ ਸਿਮਰਨ ਤਾਂ ਹੋਵੇਗਾ ਜੇ ਆਪਣੇ ਆਪ ਨੂੰ ਭੁੱਲੇਗਾ। ਤੇ
ਆਪਣੇ ਆਪ ਨੂੰ ਭੁੱਲਣ ਦੀ, ਆਪਣੇ ਆਪ ਨੂੰ ਭੁਲਾ ਤੂੰ। ਤੂੰ ਤੇ ਆਪਣੇ ਆਪ ਨੂੰ ਯਾਦ ਰੱਖਿਆ, ਮੈਂ ਹਾਂ ਹਿੰਦੂ, ਮੈਂ ਹਾਂ ਮੁਸਲਮਾਨ, ਮੈਂ ਹਾਂ ਨਿਮਾਜੀ, ਮੈਂ ਹਾਂ ਪੁਜਾਰੀ, ਮੈਂ ਹਾਂ ਨਿਤਨੇਮੀ, ਮੈਂ ਹਾਂ ਅਭਿਆਸੀ, ਮੈਂ ਹਾਂ ਫਲਾਣੇ ਜਥੇ ਦਾ, ਮੈਂ ਇਸ ਤਰ੍ਹਾਂ ਕਰਨਾ, ਮੈਂ ਇਸ ਢੰਗ ਨਾਲ ਕਰਨਾ। ਇਹ ਨਹੀਂ ਭੁੱਲਦੀ ਗੱਲ। ਤੇ ਜਿੰਨਾ ਚਿਰ ਇਹ ਨਾ ਭੁੱਲੀ, ਅੰਦਰੋਂ ਉਹ ਗੱਲ ਬਾਹਰ ਨਹੀਂ ਆਉਂਦੀ ਜਿਹਨੇ ਅੱਗੇ ਜੁੜਨਾ। ਇਸ ਕਰਕੇ ਇੱਕ ਬਿਰਤੀ ਹੈ ਆਪਣੇ ਨਾਮ ਨੂੰ ਵੀ ਭੁੱਲ ਜਾਣਾ, ਆਪਣੇ ਆਪ ਨੂੰ ਭੁੱਲ ਜਾਣਾ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੀ ਤੈਨੂੰ ਨਮਸਕਾਰ ਹੈ। ਕਿਸ ਨੂੰ? ਕਹਿੰਦੇ ਨਮਸਤੰ ਨਿਰਨਾਮੇ। ਤੈਨੂੰ ਤੇ ਆਪਣਾ ਨਾਮ ਵੀ ਚੇਤੇ ਨਹੀਂ ਰਹਿੰਦਾ ਵੀ ਲੋਕ ਮੈਨੂੰ ਰੱਬ ਕਹਿੰਦੇ ਨੇ। ਕਿੰਨੀ ਵੱਡੀ ਪਾਵਰ ਹੈ ਉਹਦੇ ਕੋਲ, ਕਿੰਨੀ ਵੱਡੀ ਸ਼ਕਤੀ ਹੈ, ਕਿੰਨੀ ਵੱਡੀ ਉਹਦੇ ਵਿੱਚ ਕਲਾ ਹੈ। ਇੰਨਾ ਕੁਝ ਹੁੰਦਿਆਂ ਵੀ ਉਹ ਆਪਣੀ ਸਾਰੀ ਚੰਗਿਆਈ ਨੂੰ ਚੇਤੇ ਵਿੱਚ ਨਹੀਂ ਲਿਆਉਂਦਾ। ਉਹਨੂੰ ਪਤਾ ਹੀ ਨਹੀਂ ਲੱਗਦਾ। ਜਦੋਂ ਕਿਤੇ ਉਹ ਲੰਘਦਾ ਹੈ, ਰਾਮ ਰਾਮ ਕਹਿਣ ਵਾਲਿਆਂ ਕੋਲ ਹੈਰਾਨ ਹੋ ਜਾਂਦਾ, ਕਿਸ ਨੂੰ ਕਹਿ ਰਹੇ ਨੇ। ਅੱਗੇ ਨਿਕਲ ਜਾਂਦਾ, ਉਹਨੂੰ ਚੇਤੇ ਹੀ ਭੁੱਲ ਜਾਂਦਾ ਲੋਕ ਮੈਨੂੰ ਰਾਮ ਕਹਿੰਦੇ ਨੇ। ਜਦੋਂ ਲੰਘਦਾ ਅੱਲਾ ਅੱਲਾ ਕਹਿਣ ਵਾਲਿਆਂ ਦੇ ਵਿੱਚੋਂ ਥੋੜ੍ਹਾ ਜਿਹਾ ਚਿਰ ਸੁਣਦਾ ਹੈ, ਤੇ ਜਦੋਂ ਆਵਾਜ਼ ਬੰਦ ਹੁੰਦੀ ਹੈ ਭੁੱਲ ਜਾਂਦਾ ਮੈਨੂੰ ਲੋਕ ਅੱਲਾ ਵੀ ਕਹਿੰਦੇ ਨੇ। ਜਦੋਂ ਲੰਘਦਾ ਵਾਹਿਗੁਰੂ ਵਾਹਿਗੁਰੂ ਜਪਣ ਵਾਲਿਆਂ ਵਿੱਚੋਂ, ਉਦੋਂ ਇਹਨੂੰ ਥੋੜ੍ਹਾ ਜਿਹਾ ਪਤਾ ਲੱਗਦਾ ਮੈਨੂੰ ਵਾਹਿਗੁਰੂ ਕਹਿ ਰਹੇ ਨੇ ਲੋਕ। ਨਾਲੋਂ ਨਾਲ ਖਤਮ, ਨਾਲੋਂ ਨਾਲ ਪੂੰਝ ਦਿੱਤੀ ਸਲੇਟ। ਤਾਂ ਫਿਰ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਦੀ ਵਡਿਆਈ ਵੀ ਹੋਈ ਜਾਏ, ਉੱਥੇ ਕੋਈ ਛਾਪ ਨਹੀਂ ਪੈਂਦੀ। ਇਹ ਗੱਲ ਪੱਕੀ ਹੈ। ਰੱਬ ਨੂੰ ਆਪਣਾ ਨਾਮ ਚੇਤੇ ਨਹੀਂ ਰਹਿੰਦਾ ਤੇ ਉਹਦਾ ਸਭ ਤੋਂ ਜ਼ਿਆਦਾ ਨਾਮ ਦੁਨੀਆ ਵਿੱਚ ਚੱਲਦਾ ਹੈ। ਇਸੇ ਤਰ੍ਹਾਂ ਰੱਬ ਦੇ ਭਗਤ ਨੂੰ ਆਪਣਾ ਆਪ ਚੇਤੇ ਨਹੀਂ ਰਹਿੰਦਾ, ਉਹਦਾ ਨਾਂ ਸਭ ਤੋਂ ਜ਼ਿਆਦਾ ਦੁਨੀਆ ਵਿੱਚ ਚੱਲੇਗਾ, ਕੋਈ ਨਹੀਂ ਰੋਕ ਸਕਦਾ, ਚੱਲਣਾ ਹੀ ਚੱਲਣਾ ਹੈ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਪਰ ਜਦੋਂ ਉਹਦਾ ਨਾਮ ਚੱਲਦਾ ਹੈ ਤਾਂ ਉਹਨੂੰ ਉਹਦਾ ਬਹੁਤਾ ਲੰਮਾ ਖਿਆਲ ਨਹੀਂ ਰਹਿੰਦਾ ਵੀ ਕਿਹਦਾ ਨਾਮ ਚੱਲ ਰਿਹਾ। ਕਦੀ ਕਦੀ ਉਹ ਭੁੱਲ ਵੀ ਜਾਂਦਾ, ਕਦੀ ਕਦੀ ਉਹ ਹੈਰਾਨ ਵੀ ਹੋ ਜਾਂਦਾ। ਕਬੀਰ ਤੂੰ ਕਬੀਰਾ ਤੂੰ ਤੇਰੋ ਨਾਉ ਕਬੀਰ, ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ। ਸਰੀਰ ਦਾ ਪਤਾ ਹੀ ਨਹੀਂ ਰਿਹਾ ਕੌਣ ਸੀ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋਂ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ। ਕੌਣ ਹੈ ਮਾਂ, ਕੌਣ ਹੈ ਪਿਤਾ? ਤਾਂ ਫਿਰ ਇੱਕ ਮਾਂ ਨਹੀਂ, ਉੱਥੇ ਤਾਂ ਮਾਵਾਂ ਦੀ ਬੜੀ ਲੰਮੀ ਭਗਤੀ ਉਹਨਾਂ ਦੀਆਂ ਅੱਖਾਂ ਅੱਗੇ। ਇੱਕ ਮਾਂ ਤੇ ਹੋਣ ਵਾਲੀ, ਤਾਂ ਉਹ ਫਿਰ ਇਸ ਝੰਜਟ ਵਿੱਚ ਰਹਿੰਦੇ। ਕਿਸ ਨੂੰ ਮਾਂ ਕਹੀਏ? ਇੱਕ ਹੋਰ ਪਿੱਛੇ ਹੈ ਪਿਛਲੇ ਜਨਮ ਵਾਲੀ, ਉਸ ਤੋਂ ਪਿੱਛੇ, ਉਸ ਤੋਂ ਪਿੱਛੇ, ਉਸ ਤੋਂ ਪਿਛਲਾ ਖਾਨਦਾਨ, ਉਸ ਤੋਂ ਪਿਛਲਾ ਖਾਨਦਾਨ। ਕਿਹਨੂੰ ਕਹਿਣਗੇ? ਵਿਆਪਕ ਹੋ ਜਾਂਦੇ ਨੇ ਰੱਬ ਵਰਗੇ। ਉਹਨਾਂ ਨੂੰ ਸਮਝ ਨਹੀਂ ਆਉਂਦੀ ਮਾਂ ਕਿਹੜੀ ਹੈ, ਪਿਤਾ ਕਿਹੜਾ ਹੈ, ਖਾਨਦਾਨ ਕਿਹੜਾ ਹੈ, ਕਿੱਥੋਂ ਆਏ ਹਾਂ, ਕਿਹੜੀ ਸਾਡੀ ਜਾਤ ਹੈ, ਕਿਹਦੇ ਵਿੱਚੋਂ ਆਏ ਹਾਂ। ਇਹ ਸਾਰੀਆਂ ਚੀਜ਼ਾਂ ਮਾਈਨਸ ਹੁੰਦੀਆਂ ਹੁੰਦੀਆਂ, ਖਤਮ ਹੁੰਦੀਆਂ ਹੁੰਦੀਆਂ, ਇੱਕ ਦਿਨ ਸਭ ਕੁਝ ਜਦੋਂ ਵਿੱਚੋਂ ਨਿਕਲ ਜਾਂਦਾ ਹੈ, ਫਿਰ ਬੰਦੇ ਦਾ ਅਸਲੀ ਆਪਾ ਬਾਹਰ ਨਿਕਲਦਾ ਹੈ। ਫਿਰ ਉਹਨੂੰ ਪਤਾ ਲੱਗਦਾ ਮੈਂ ਕੌਣ ਹਾਂ। ਪਹਿਲਾਂ ਪਤਾ ਨਹੀਂ ਲੱਗਦਾ ਅਸੀਂ ਕੌਣ ਹਾਂ। ਫਿਰ ਬੰਦੇ ਦਾ ਅਸਲੀ ਅੰਦਰੋਂ ਜੀਵਨ ਪ੍ਰਗਟ ਹੁੰਦਾ ਵੀ ਮੈਂ ਕੌਣ ਹਾਂ। ਉਹਦੇ ਤੋਂ ਪਹਿਲਾਂ ਤੇ ਆਪੋ ਆਪਣੇ ਸਾਰਿਆਂ ਨੇ ਪਾਲਿਸ਼ ਲਿੰਬੀ ਹੋਈ ਹੈ। ਕੋਈ ਕਹਿੰਦਾ ਮੈਂ ਇਹ ਹਾਂ, ਕੋਈ ਕਹਿੰਦਾ ਇਹ ਹਾਂ, ਅਸਲ ਵਿੱਚ ਉਹ ਕੁਝ ਵੀ ਨਹੀਂ। ਤਾਂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਨਮਸਤੰ ਨਿਰਨਾਮੇ। ਤੈਨੂੰ ਆਪਣਾ ਨਾਮ ਵੀ ਚੇਤੇ ਨਹੀਂ ਰਹਿੰਦਾ। ਹੇ ਅਕਾਲ ਪੁਰਖ ਜੀਓ, ਐਸੀ ਤੁਹਾਡੀ ਦਸ਼ਾ ਹੈ ਤੇ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ।
ਅਗਲਾ ਉਸ ਦਾ ਗੁਣ ਕਹਿੰਦੇ ਨਮਸਤੰ ਨਿਰਕਾਮੇ। ਕਾਮ ਕਹਿੰਦੇ ਨੇ ਕਾਮਨਾ ਨੂੰ। ਤੁਹਾਡੇ ਵਿੱਚ ਕਦੀ ਕੋਈ ਕਾਮਨਾ ਨਹੀਂ ਬਣਦੀ, ਕੋਈ ਇੱਛਾ ਨਹੀਂ ਪੈਦਾ ਹੁੰਦੀ। ਹਾਂ, ਇੱਕ ਇੱਛਾ, ਇੱਕ ਕਾਮਨਾ ਉਹਦੇ ਵਿੱਚ ਵੀ ਹੈ, ਇੱਕ ਕਾਮਨਾ ਉਹਦੇ ਪਿਆਰਿਆਂ ਵਿੱਚ ਵੀ। ਇਹ ਗੱਲ ਚੇਤੇ ਰੱਖਣਾ, ਜੇ ਰੱਬ ਦੇ ਸੁਭਾਅ ਨੂੰ ਕਿਤੇ ਪੜ੍ਹਨਾ ਹੈ, ਦੋ ਥਾਵਾਂ ਤੋਂ ਮਿਲੇਗਾ। ਉਹ ਕਿਵੇਂ ਦਾ ਹੈ? ਜਾਂ ਤੇ ਬਾਣੀ ਪੜ੍ਹ ਲੈਣੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਾਂ ਉਸ ਬੰਦੇ ਨੂੰ ਵੇਖ ਲੈਣਾ ਜਿਸ ਦੇ ਸੈਂਟਰ ਵਿੱਚ, ਹਿਰਦੇ ਵਿੱਚ ਬਾਣੀ ਚਲੀ ਗਈ, ਰਸਨਾ ਤੇ ਨਹੀਂ ਕੱਲੀ। ਉਵੇਂ ਦਾ ਹੋਏਗਾ ਰੱਬ, ਉਹ ਹੈ ਉਹਦੀ ਤਸਵੀਰ। ਇਹ ਕਾਮਨਾ ਉਹਦੇ ਵਿੱਚ ਸਾਡੇ ਵਾਲੀਆਂ ਨਹੀਂ। ਜਿਵੇਂ ਸਾਡੀਆਂ ਕਾਮਨਾਵਾਂ ਕਮਲੀਆਂ ਹੋ ਗਈਆਂ ਨੇ, ਸਾਡੀਆਂ ਇੱਛਾਵਾਂ ਪਾਗਲ ਹੋ ਗਈਆਂ ਨੇ, ਪਾਗਲਾਂ ਵਾਂਗੂ ਅੰਦਰੋਂ ਨਿਕਲ ਰਹੀਆਂ ਨੇ, ਜਿਵੇਂ ਤੂੜੀ ਵਾਲੀ ਮਸ਼ੀਨ ਵਿੱਚੋਂ ਤੂੜੀ ਨਿਕਲਦੀ ਹੈ। ਇਹ ਵੀ ਚਾਹੀਦਾ, ਉਹ ਵੀ ਚਾਹੀਦਾ, ਇਹ ਵੀ ਖੋਹ ਲਵਾਂ, ਉਹ ਵੀ ਖੋਹ ਲਵਾਂ, ਦਿਨ ਰਾਤ। ਇਸ ਤਰ੍ਹਾਂ ਦੀ ਉਹਦੀ ਕਾਮਨਾ ਨਹੀਂ। ਇਹ ਗੱਲ ਪੱਕੀ ਹੈ। ਇੱਕ ਗੱਲੋਂ ਬੜਾ ਵੱਡਾ ਲੋਭੀ ਹੈ ਤੇ ਉਹਦੇ ਪਿਆਰੇ ਵੀ ਬੜੇ ਵੱਡੇ ਲੋਭ ਵਿੱਚ ਰਹਿੰਦੇ ਨੇ। ਹੋਣਾ ਵੀ ਚਾਹੀਦਾ ਹੈ। ਸੰਸਾਰੀ ਜੇ ਲੋਭੀ ਹੈ, ਉਹਦੇ ਵਿੱਚ ਕਾਮਨਾ ਹੈ, ਤੇ ਧਾਰਮਿਕ ਵਿੱਚ ਕਿਉਂ ਨਾ ਹੋਵੇ ਲੋਭ? ਉਹਦੇ ਵਿੱਚ ਵੀ ਲੋਭ ਹੋਣਾ ਚਾਹੀਦਾ। ਲੋਭ ਤੋਂ ਬਿਨਾਂ ਧਾਰਮਿਕ ਹੀ ਕਿਹੜਾ? ਜਿਸ ਧਾਰਮਿਕ ਵਿੱਚ ਲੋਭ ਨਹੀਂ, ਲਾਲਚ ਨਹੀਂ, ਕਾਹਦਾ ਹੈ? ਆਪ ਵੀ ਸੁਸਤ ਪਿਆ ਹੋਇਆ, ਸੁੱਤਾ ਹੋਇਆ, ਉਬਾਸੀਆਂ ਲੈ ਰਿਹਾ, ਅੱਖਾਂ ਮਲ ਰਿਹਾ ਹੈ। ਕਿਉਂ? ਲੋਭ ਕੋਈ ਨਹੀਂ ਹੈ। ਤੁਸੀਂ ਵੇਖਿਆ ਹੋਵੇਗਾ ਨਾ, ਬਾਜ਼ਾਰ ਵਿੱਚ ਵੀ, ਬਾਜ਼ਾਰ ਵਿੱਚ ਜਿਹੜੇ ਬੰਦੇ ਲੋਭੀ ਹੁੰਦੇ ਨੇ, ਦੁਕਾਨ ਤੇ ਬੈਠੇ, ਉਹਨਾਂ ਨੂੰ ਕਦੀ ਉਬਾਸੀ ਆਉਂਦੀ, ਕਦੀ ਨੀਂਦ ਆਉਂਦੀ, ਕਦੀ ਅੱਖਾਂ ਮਲਦੇ ਨਹੀਂ। ਇੱਕਦਮ ਸਤਰਕ, ਸੌਦਾ ਵੇਚਣ ਵਿੱਚ ਧਿਆਨ ਹੈ, ਕੱਪੜੇ ਵੇਚਣ ਵਿੱਚ। ਉੱਥੇ ਤੁਸੀਂ ਬਾਜ਼ਾਰ ਵਿੱਚ ਕੁਝ ਵਿਹਲੜ ਵੀ ਵੇਖੋਗੇ, ਜਿਹੜੇ ਕਿਸੇ ਕੋਣ ਵਿੱਚ ਹੱਟੀ ਦੀ ਦਿਨ ਗੁਜ਼ਾਰ ਰਹੇ ਨੇ। ਉਸ ਦੁਕਾਨ ਦੇ ਕਿਸੇ ਬੈਂਚ ਨੂੰ ਫੜ ਕੇ ਬੈਠੇ ਹੋਏ ਨੇ, ਉਸ ਦੁਕਾਨ ਦਾ ਛੱਤ ਵੇਖ ਰਹੇ ਨੇ, ਉਹਦੀਆਂ ਬਾਰੀਆਂ ਵੇਖ ਰਹੇ ਨੇ। ਉਹ ਵੀ ਤੁਸੀਂ ਵੇਖੋਗੇ, ਉਹ ਕਦੀ ਉਬਾਸੀਆਂ ਲੈਣਗੇ, ਕਦੀ ਅੱਖਾਂ ਮਲਣਗੇ, ਕਦੀ ਪਾਸੇ ਬਦਲਣਗੇ। ਕਿਉਂ? ਉਹਨਾਂ ਨੂੰ ਬਾਜ਼ਾਰ ਦਾ ਲੋਭ ਨਹੀਂ, ਤਾਂ ਕਰਕੇ ਸੁਸਤ ਨੇ। ਇਸੇ ਤਰ੍ਹਾਂ ਤੁਸੀਂ ਗੁਰਦੁਆਰੇ ਵਿੱਚ ਵੀ ਕੁਝ ਬੰਦੇ ਵੇਖੋਗੇ ਜਿਹੜੇ ਬੜੇ ਸੁਸਤ ਹੋਣਗੇ। ਉਹ ਸੁਸਤ ਕਿਉਂ ਨੇ? ਉਹਨਾਂ ਨੂੰ ਬਾਣੀ ਦਾ ਲੋਭ ਹੀ ਕੋਈ ਨਹੀਂ, ਉਹਨਾਂ ਨੂੰ ਗੁਰਮਤਿ ਦਾ ਲੋਭ ਹੀ ਨਹੀਂ। ਇਸ ਲਈ ਪਾਸੇ ਤੇ ਪਾਸਾ ਬਦਲਣਾ, ਅੱਖਾਂ ਮਲਣੀਆਂ, ਉਬਾਸੀਆਂ ਲੈਣੀਆਂ, ਸੌਂ ਜਾਣਾ, ਫਿਰ ਜਾਗ ਪੈਣਾ, ਕਦੀ ਬਾਹਰ ਚਲੇ ਜਾਣਾ। ਇਹ ਕਿਉਂ ਹੈ? ਇਹਦਾ ਕਾਰਨ ਕੀ ਹੈ? ਕਿ ਇਸ ਬੰਦੇ ਨੂੰ ਲੋਭ ਨਹੀਂ ਧਰਮ ਦਾ। ਜੇ ਧਰਮ ਦਾ ਲੋਭ ਨਹੀਂ, ਬੰਦਾ ਅੱਧ ਵਿੱਚ ਅਟਕਿਆ ਹੋਇਆ। ਇੱਥੇ ਲੋਭ ਹੋਣਾ ਚਾਹੀਦਾ ਹੈ, ਇੱਥੇ ਵੀ ਲਾਲਚ ਹੋਣਾ ਚਾਹੀਦਾ। ਇਸ ਕਰਕੇ ਬਹੁਤ ਵੱਡੇ ਲੋਭੀ ਨੇ ਰੱਬ ਦੇ ਪਿਆਰੇ, ਬਹੁਤ ਵੱਡੇ ਸੰਤ ਨੇ। ਤੇ ਇੰਨਾ ਲੋਭ ਵੱਧ ਜਾਂਦਾ ਹੈ, ਜਿਵੇਂ ਇੱਕ ਸੰਸਾਰੀ ਬਾਜ਼ਾਰ ਵਿੱਚ ਇੰਨਾ ਲੋਭੀ ਹੋ ਜਾਂਦਾ ਹੈ, ਰਾਤੀ 12 ਵਜੇ ਤੱਕ ਜੇ ਗਾਹਕ ਆਉਂਦੇ ਰਹਿਣ ਤੇ ਦੁਕਾਨ ਬੰਦ ਨਹੀਂ ਕਰਦਾ। ਚਲੋ ਕੋਈ ਗੱਲ ਨਹੀਂ, ਫਿਰ ਨੀਂਦ ਪੂਰੀ ਕਰਾਂਗੇ। ਜੇ ਕਿਤੇ ਤਿਉਹਾਰ ਆ ਜਾਏ ਤੇ ਸਵੇਰੇ ਸਭ ਤੋਂ ਪਹਿਲਾਂ ਖੋਲ੍ਹ ਲੈਂਦਾ ਵੀ ਸੌਦਾ ਵਿਕ ਜਾਏਗਾ। ਇਸ ਤਰ੍ਹਾਂ ਜਦੋਂ ਕਿਤੇ ਮੌਕਾ ਬਣ ਜਾਏ, ਜਦੋਂ ਕਿਤੇ ਸਮਾਂ ਬਣ ਜਾਏ, ਤੇ ਗੁਰੂ ਸਾਹਿਬ ਨੇ ਕਿਹਾ ਜਿੱਦਣ ਸਮਾਂ ਬਣੇ ਨਾ, ਉਦਣ ਇਹ ਨਾ ਵੇਖੀ ਕਿੰਨੀ ਵਾਰੀ ਜਪਣਾ, ਇੱਕ ਵਾਰੀ ਕਿ 2 ਵਾਰੀ ਕਿ 3 ਵਾਰੀ ਕਿ 10 ਵਾਰੀ। ਜੇ ਤੇਰਾ ਮਨ ਜੁੜਦਾ ਦਿਸੇ ਤੇ ਫਿਰ ਕਹਿੰਦੇ 1 2 ਜੀਵੋਂ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਫਿਰ ਇਹ ਗੱਲ ਬਣੇਗੀ। ਇਸ ਲਈ ਇੱਕ ਲੋਭ ਰੱਬ ਵਿੱਚ ਵੀ ਹੈ ਕਿ ਉਹ ਸੰਸਾਰ ਨੂੰ ਉਹਨੇ ਪੈਦਾ ਕੀਤਾ। ਇੱਕ ਲੋਭ ਆਇਆ ਸੀ, ਉਹ ਕਿਹੜਾ ਸੀ? ਇਹ ਸੰਸਾਰੀ ਬਣਾਵਾਂ। ਇਸ ਲੋਭ ਵਿੱਚ ਬੰਦੇ ਬਣਾਏ ਉਹਨੇ,
बाकी दियां जूनां ते भोग जूनां ने कलियां जिन्नियां 84 ਲੱਖ ਵਿੱਚ है ना, बाकी दियां जूनां ਜਿਹੜੀਆਂ ਚੇਤਨ ਜੂनां नहीं ਹਨ, प्रेम नहीं कर ਸਕਦੀਆਂ। ਇੱਕੋ ਜੂਨ है धरती ਦੀ, इस धरती मैं तेरी सिकदारी। ਜਦੋਂ ਉਹਨੇ ਸਾਰੀਆਂ ਜੂਨਾਂ ਬਣਾ ਦਿੱਤੀਆਂ, ਪੰਛੀ, ਪਸ਼ੂ, ਸੱਪ, ਕੀੜੇ ਆਦਿਕ, ਪਾਣੀ ਵਿੱਚ ਰਹਿਣ ਵਾਲੇ, ਧਰਤੀ ਤੇ ਆਕਾਸ਼ ਵਿੱਚ ਸਾਰਿਆਂ ਨੂੰ ਬਣਾਇਆ। ਉਹ ਭੋਗੀ ਜੂਨਾਂ ਸਨ। ਤਾਂ ਅਕਾਲ ਪੁਰਖ ਵਾਹਿਗੁਰੂ ਨੇ ਵੇਖਿਆ ਤੇ ਭੋਗੀ ਜੂਨਾਂ ਨੇ ਨਾ ਇਹ ਪਾਪ ਕਰ ਸਕਣ ਨਾ ਪੁੰਨ ਕਰ ਸਕਣ, ਕੁਝ ਨਹੀਂ ਕਰ ਸਕਦੇ। ਉਹ ਦੂਜੀਆਂ ਜੂਨਾਂ ਵਿੱਚ ਕੋਈ ਸੰਭਾਵਨਾ ਨਹੀਂ, ਪਾਪ ਦੀ ਵੀ ਨਹੀਂ, ਪੁੰਨ ਦੀ ਵੀ ਨਹੀਂ। ਜਿਵੇਂ ਦੇ ਉਹ ਜਨਮ ਲੈਂਦੇ ਉਵੇਂ ਦੇ ਮਰਦੇ, ਘੱਟ ਵੱਧ ਨਹੀਂ ਹੁੰਦਾ। ਉਹਨਾਂ ਦੀ ਸਲੇਟ ਤੇ ਕੁਝ ਨਹੀਂ ਲਿਖਿਆ ਜਾਂਦਾ। ਇੱਕ ਮੱਝ, ਇੱਕ ਗਊ ਜਦੋਂ ਜਨਮ ਲੈਂਦੀ ਹੈ, ਜਿਵੇਂ ਦਾ ਜਨਮ ਲਿਆ ਸੀ ਉਵੇਂ ਦੀ ਮੌਤ ਹੈ। ਕੁਝ ਨਾਲ ਜੁੜਦਾ ਨਹੀਂ, ਉਹਦੇ ਕੁਝ ਕਰਮ ਬਣਦੇ ਹੀ ਨਹੀਂ। ਉਹ ਪਾਪ ਵੀ ਨਹੀਂ ਕਰ ਸਕਦੇ, ਉਹ ਪੁੰਨ ਵੀ ਨਹੀਂ ਕਰ ਸਕਦੇ। ਇਸ ਕਰਕੇ ਉਹਨਾਂ ਨੂੰ ਕਿਸੇ ਗਿਆਨ ਦੀ ਲੋੜ ਵੀ ਨਹੀਂ। ਇਸ ਲਈ ਪਸ਼ੂਆਂ ਨੂੰ ਗੁਰਦੁਆਰੇ ਦੀ, ਮੰਦਰ ਦੀ, ਮਸਜਿਦ ਦੀ ਲੋੜ ਨਹੀਂ। ਤੇ ਜਿਹੜੇ ਬੰਦੇ ਗੁਰਦੁਆਰੇ ਵਿੱਚ ਨਹੀਂ ਆਉਂਦੇ, ਉਹਨਾਂ ਦੀ ਬਿਰਤੀ ਵੀ ਪਸ਼ੂਆਂ ਵਾਲੀ ਹੈ, ਕਿਉਂਕਿ ਉਹਨਾਂ ਵਾਸਤੇ ਕੁਝ ਨਹੀਂ ਚਾਹੀਦਾ। ਪਸ਼ੂ ਬਿਰਤੀ ਹੈ, ਪਸ਼ੂਆਂ ਦਾ ਜੀਵਨ ਹੈ, ਵਿਕਾਸ ਦੀ ਜ਼ਰੂਰਤ ਹੀ ਨਹੀਂ। ਕੀ ਕਰਨਾ ਹੈ? ਪਰਿਵਾਰ ਨੇ ਸਿਖਾ ਦਿੱਤਾ ਹੈ, ਸਮਾਜ ਨੇ ਸਿਖਾ ਦਿੱਤਾ। ਕੀ ਕਰਨਾ ਹੈ? ਇੱਥੇ ਜਨਮ ਲੈਣਾ ਹੈ, ਜਵਾਨ ਹੋਣਾ ਹੈ, ਖਾਣਾ ਪੀਣਾ ਹੈ, ਪਰਿਵਾਰ ਬਣਾਉਣਾ ਤੇ ਮਰਨਾ ਹੈ, ਹੋਰ ਚੌਥਾ ਤੇ ਕੰਮ ਹੀ ਨਹੀਂ। ਤਾਂ ਨਿਸ਼ਚਿਤ ਹੀ ਇਹ 2 ਪਾਇਆ ਪਸ਼ੂ ਹੋ ਸਕਦਾ ਹੈ। ਇੱਕ ਹੁੰਦਾ 4 ਪਾਇਆ। ਆਮ ਤੌਰ ਤੇ ਜ਼ਿਆਦਾ ਪਸ਼ੂ 4 ਪੈਰਾਂ ਵਾਲੇ ਹੁੰਦੇ ਨੇ। ਤਾਂ ਜਿਹੜਾ ਮਨੁੱਖ ਸਿਰਫ ਇੱਥੋਂ ਤੱਕ ਸੀਮਤ ਹੈ, ਤਾਂ ਉਹ 2 ਪਾਇਆ ਪਸ਼ੂ ਹੋ ਸਕਦਾ ਹੈ। ਉਹਦੇ ਵਾਸਤੇ ਕੋਈ ਅਵਤਾਰ ਨਹੀਂ, ਉਹਦੇ ਵਾਸਤੇ ਕੋਈ ਗਿਆਨ ਨਹੀਂ, ਕੋਈ ਗੁਰਬਾਣੀ ਨਹੀਂ, ਕੋਈ ਕੀਰਤਨ ਨਹੀਂ। ਆ ਕੂਕਰ ਆਵੇ ਗੁਰਦੁਆਰੇ ਵਿੱਚ, ਪਸ਼ੂ ਬੱਝੇ ਨੇ, ਕੀ ਮਤਲਬ ਹੈ ਗੁਰਬਾਣੀ ਨਾਲ? ਕੀ ਭਾਵ ਅਰਥ ਹੈ? ਸੁਣਨ ਨਾਲ ਕੋਈ ਪ੍ਰਯੋਜਨ ਨਹੀਂ। ਪਰ ਅਕਾਲ ਪੁਰਖ ਵਾਹਿਗੁਰੂ ਨੇ ਸਾਰੀਆਂ ਜੂਨਾਂ ਬਣਾਈਆਂ ਸਨ। ਭੋਗ ਜੂਨਾਂ, ਇੱਕ ਜੂਨ ਬਣਾਈ ਸੀ ਪ੍ਰੇਮ ਜੂਨ, ਉਹ ਹੈ ਮਨੁੱਖ। ਜਦੋਂ ਉਹਨੇ ਸਾਰੀਆਂ ਬਣਾ ਲਈਆਂ, ਫਿਰ ਉਹਨੇ ਸੋਚਿਆ ਵੀ ਸਾਨੂੰ ਪ੍ਰੇਮ ਕੌਣ ਕਰੇਗਾ, ਮੇਰੇ ਨਾਲ ਗੱਲ ਕੌਣ ਕਰੇਗਾ। ਫਿਰ ਇੱਕ ਨਵੀਂ ਜੂਨ ਤਿਆਰ ਕੀਤੀ, ਇੱਕ ਨਵਾਂ ਸਰੀਰ ਤਿਆਰ ਕੀਤਾ, ਉਹ ਸੀ ਮਨੁੱਖੀ ਦੇਹ। ਤੇ ਮਨੁੱਖੀ ਦੇਹ ਦੇ ਵਿੱਚ ਇੱਕ ਬਿਰਤੀ ਪਾਈ, ਪ੍ਰੇਮ ਕਰਨ ਦੀ ਬਿਰਤੀ। ਇਸ ਕਰਕੇ ਇਹਦੇ ਵਿੱਚ ਪ੍ਰੇਮ ਹੈ। ਆ ਤਾਂ ਜਦੋਂ ਕੋਈ ਪਰਮਾਤਮਾ ਨਾਲ ਪਿਆਰ ਨਹੀਂ ਨਾ ਕਰਦਾ, ਉਹਨੂੰ ਜੁਗਤ ਨਹੀਂ ਆਉਂਦੀ, ਤਾਂ ਉਸ ਵੇਲੇ ਫਿਰ ਉਹ ਪ੍ਰੇਮ ਨਾ ਕਰਨ ਦੇ ਚੱਕਰ ਵਿੱਚ ਫਿਰ ਸੰਸਾਰ ਨੂੰ ਪ੍ਰੇਮ ਕਰਦਾ ਹੈ। ਪ੍ਰੇਮ ਇਹਨੇ ਕਰਨਾ ਹੀ ਕਰਨਾ ਹੈ। ਜੇ ਉਧਰ ਪਿਆਰ ਦੀ ਧਾਰ ਨਹੀਂ ਜੁੜੀ ਸ਼ਬਦ ਨਾਲ, ਤਾਂ ਜਿਹੜੀ ਅੰਦਰ ਪ੍ਰੇਮ ਦੀ એનર્ਜੀ ਬਣ ਰਹੀ ਹੈ ਲਗਾਤਾਰ, ਉਹਦਾ ਕੀ ਬਣੇਗਾ? ਇਸ ਲਈ ਜਿੰਨਾ ਰੱਬ ਨਾਲ ਪ੍ਰੇਮ ਘਟੇਗਾ, ਉਹਨੇ ਵਿਕਾਰ ਵਧਣਗੇ। ਖਿਆਲ ਰੱਖਣਾ, ਜਿਹੜੇ 5 ਵਿਕਾਰ ਨੇ ਨਾ, ਜਿੰਨਾ ਰੱਬ ਨਾਲ ਪ੍ਰੇਮ ਵਧੇਗਾ, ਵਿਕਾਰਾਂ ਨੂੰ એનર્ਜੀ ਨਹੀਂ ਮਿਲੇਗੀ। ਉਹ એનર્ਜੀ ਉਧਰ ਪ੍ਰੇਮ ਵਿੱਚ ਲੰਘ ਗਈ, ਸ਼ਬਦ ਵਿੱਚ ਜੁੜ ਗਈ। ਜਿੰਨਾ ਚਿਰ ਉਹਦੇ ਨਾਲ ਪ੍ਰੇਮ ਨਹੀਂ ਬਣਦਾ, ਉਹਨਾਂ ਚਿਰ ਵਿਕਾਰ ਖਤਮ ਨਹੀਂ ਹੋਣਗੇ। ਭਾਵੇਂ ਉਹਨਾਂ ਨੂੰ ਕੋਈ ਕਿੰਨਾ ਦਬਾਈ ਜਾਏ, ਚਾਦਰਾਂ ਪਾਈ ਜਾਏ ਉੱਤੇ, ਲੁਕੋ ਕੇ ਰੱਖੇ। ਵਿਕਾਰਾਂ ਦੇ ਖਾਤਮੇ ਦਾ ਜਿਹੜਾ ਮਨੋਵਿਗਿਆਨਿਕ ਔਰ ਜਿਹੜਾ ਨੇਚਰਲੀ ਇਲਾਜ ਹੈ 5 ਵਿਕਾਰਾਂ ਨੂੰ ਖਤਮ ਕਰਨ ਦਾ, ਕਿ ਕਾਮ ਵਾਸ਼ਨਾ ਹੈ, ਕ੍ਰੋਧ ਦੀ ਅੱਗ ਹੈ, ਲੋਭ ਦੀਆਂ ਲਹਿਰਾਂ ਨੇ, ਮੋਹ ਦਾ ਚਿੱਕੜ ਹੈ, ਹੰਕਾਰ ਦੇ ਟਿੱਬੇ ਨੇ। ਇਹ 5 ਨੇ, ਮਨੁੱਖ ਦੇ ਬੁਨਿਆਦੀ ਰੋਗ ਨੇ, ਇਹਨਾਂ ਤੋਂ ਬੜਾ ਪੀੜਤ ਹੈ। ਸੱਚ ਹੈ, ਜੇ ਸ਼ਬਦ ਨਾਲ ਪ੍ਰੀਤ ਬਣੀ, ਸ਼ਬਦ ਨਾਲ ਪ੍ਰੇਮ ਬਣ ਗਿਆ, ਨਾਮ ਨਾਲ ਪ੍ਰੇਮ ਜਾਗ ਪਿਆ, ਰੱਬ ਨਾਲ ਪ੍ਰੇਮ ਜਗ ਪਿਆ, ਕਿੱਥੇ ਰਹੇਗੀ ਵਾਸ਼ਨਾ? ਵਾਸ਼ਨਾ ਨੂੰ ਤਾਕਤ ਹੀ ਨਹੀਂ ਮਿਲਣੀ। ਪ੍ਰੇਮ ਨੇ ਰਸਤੇ ਵਿੱਚ ਹੀ ਜ਼ਿੰਦਗੀ ਸਾਰੀ ਨੂੰ ਬੈਲੈਂਸ ਕਰ ਦੇਣਾ ਹੈ। ਉੱਥੇ ਕੋਈ ਵਾਸ਼ਨਾ ਨਹੀਂ ਬਚਦੀ। ਉੱਥੇ ਕ੍ਰੋਧ ਕਿਵੇਂ ਹੋਵੇਗਾ? ਕ੍ਰੋਧ ਹੁੰਦਾ ਹੀ ਨਹੀਂ, ਕ੍ਰੋਧ ਨਹੀਂ ਹੋ ਸਕਦਾ। ਕ੍ਰੋਧ ਨੂੰ ਤਾਕਤ ਹੀ ਨਹੀਂ ਮਿਲਦੀ। ਚੁੱਲ੍ਹ ਪਈ ਹੋਈ ਹੈ,
ਚੁੱਲ੍ਹਾ ਹੈ, ਤੁਸੀਂ ਉਹਦੇ ਵਿੱਚ ਤੀਲ ਬਾਲੀ ਜਾਓ ਜਿੰਨੀ ਵਾਰੀ ਮਰਜ਼ੀ। ਇੱਕ ਚੁੱਲ੍ਹਾ ਹੈ, ਜਾਂ ਤੁਹਾਡਾ ਗੈਸ ਸਿਲੰਡਰ ਹੈ, ਉਹਦਾ ਚੁੱਲ੍ਹਾ ਹੈ, ਤੇ ਤੁਹਾਡੇ ਸਿਲੰਡਰ ਵਿੱਚ ਗੈਸ ਹੀ ਨਹੀਂ, ਤੁਸੀਂ ਲਾਈਟਰ ਉੱਤੇ ਚਲਾਈ ਜਾਓ, ਕੀ ਕਰੋਗੇ ਚਲਾ ਕੇ? ਬਲਦਾ ਹੀ ਨਹੀਂ। ਤਾਂ ਜਿਨ੍ਹਾਂ ਦੀ ਜ਼ਿੰਦਗੀ ਪ੍ਰੇਮ ਵਿੱਚ ਜੁੜ ਗਈ, ਉੱਥੇ ਕ੍ਰੋਧ ਨੂੰ ਐਨਰਜੀ ਨਹੀਂ ਮਿਲਦੀ, ਗੈਸ ਨਹੀਂ ਮਿਲਦੀ। ਤਾਂ ਕ੍ਰੋਧ, ਉਹ ਲਾਈਟਰ ਇਕੱਲਾ ਚੱਲਦਾ, ਬਲਦਾ ਹੀ ਨਹੀਂ ਕ੍ਰੋਧ। ਜੇ ਆਉਂਦਾ ਵੀ ਤੇ ਥੋੜ੍ਹਾ ਜਿਹਾ। ਕ੍ਰੋਧ, ਲੋਭ ਵੀ ਨਹੀਂ ਆ ਸਕਦਾ। ਸਾਰਾ ਕੁਝ ਪ੍ਰੇਮ ਵਿੱਚ। ਇਸ ਕਰਕੇ ਕਲਗੀਆਂ ਵਾਲੇ ਨੂੰ ਕਿਸੇ ਸਵਾਲ ਕੀਤਾ ਹੈ, ਵਿਕਾਰ ਕਿਵੇਂ ਘਟਣਗੇ, ਰੱਬ ਨੂੰ ਕਿਵੇਂ ਮਿਲਾਂਗੇ? ਉਸ ਪਹਿਰੇ ਵਿੱਚ, ਉਸ ਸ਼ਬਦ ਵਿੱਚ ਉਹਨਾਂ ਨੇ ਨਹੀਂ ਕਿਹਾ ਵੀ ਤੂੰ ਇਹ ਛੱਡ ਦੇ, ਤੂੰ ਉਹ ਛੱਡ ਦੇ, ਤੂੰ ਵਾਸ਼ਨਾ ਤਿਆਗ ਦੇ, ਤੂੰ ਕ੍ਰੋਧ ਨਾ ਕਰੀ, ਤੂੰ ਲੋਭੀ ਨਾ ਹੋ। ਕੁਝ ਨਹੀਂ ਕਿਹਾ। ਉਹਨਾਂ ਕਿਹਾ ਪ੍ਰੇਮ ਕਰ। ਬੁਰਾਈਆਂ ਕਿੰਨੀਆਂ ਨੇ। ਕਿਸੇ ਬੁਰਾਈ ਬਾਰੇ ਉਸ ਪਹਿਰੇ ਵਿੱਚ ਬੋਲੇ ਨਹੀਂ ਕਿ ਤੂੰ ਪਾਪ ਨਾ ਕਰੀ, ਕਿ ਝੂਠ ਨਾ ਬੋਲੀ, ਕਿ ਇਹ ਨਾ ਕਰੀ, ਕਿ ਉਹ ਨਾ ਕਰੀ। ਨਹੀਂ, ਉਹਦੇ ਬਾਰੇ ਤੇ ਬੋਲਣੇ ਕੀ ਹੈ? ਉਹਦੇ ਬਾਰੇ ਤੇ ਬੋਲੇ ਹੀ ਨਹੀਂ। ਰੋਗ ਦੀ ਵਿਆਖਿਆ ਕੀ ਕਰਨੀ? ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਵੈਦ ਜਿਹੜਾ, ਜੇ ਡਾਕਟਰ ਪਹਿਲਾਂ ਹੀ ਦੱਸਦਾ ਨਾ ਮਰੀਜ਼ ਨੂੰ, ਕਈ ਮਰੀਜ਼ ਇਸ ਤਰ੍ਹਾਂ ਮਰ ਜਾਂਦੇ ਨੇ, ਉਹਨਾਂ ਦੀ ਮੌਤ ਹੋ ਜਾਂਦੀ। ਉਹਨਾਂ ਨੂੰ ਜਿਹੜੇ ਰੋਗ ਹੁੰਦੇ, ਜੇ ਡਾਕਟਰ ਸਾਰਿਆਂ ਦੀ ਵਿਆਖਿਆ ਕਰਦਾ ਵੀ ਤੈਨੂੰ ਹੋ ਗਿਆ ਇਹ, ਤੈਨੂੰ ਫਲਾਣਾ ਰੋਗ ਲੱਗ ਗਿਆ, ਤੈਨੂੰ ਇਹ ਰੋਗ ਲੱਗ ਗਿਆ, ਬਚਣਾ ਉਹਨੇ ਕਿੱਥੇ ਵੀ? ਦਵਾਈ ਉਹਨੇ ਕਿਹੜੀ ਖਾਣੀ? ਉਹਦੀ ਪਹਿਲੀ ਮੌਤ ਹੋ ਜਾਏਗੀ। ਸੋਚ ਕੇ ਸਾਈਕੋਲੋਜੀ ਮੌਤ ਦਾ ਸ਼ਿਕਾਰ ਹੋ ਜਾਏਗਾ। ਤਾਂ ਜਿਹੜਾ ਸਿਆਣਾ ਡਾਕਟਰ ਹੈ, ਉਹ ਮੌਤ ਦੀ ਓਪਰੀ ਜੀ ਵਿਆਖਿਆ ਕਰਦਾ ਹੈ, ਛੋਟੀ ਜਿਹੀ, ਘੱਟ ਕਰਦਾ, ਦਵਾਈ ਤੇ ਜ਼ੋਰ ਜ਼ਿਆਦਾ ਦਿੰਦਾ। ਤਾਂ ਕਲਗੀਆਂ ਵਾਲੇ ਨੇ ਇਸ ਪਹਿਰੇ ਵਿੱਚ ਬੰਦੇ ਦੇ ਕਿਸੇ ਰੋਗ ਦੀ ਵਿਆਖਿਆ ਨਹੀਂ ਕੀਤੀ। ਉਹਦੇ ਵਿੱਚ ਥੋੜ੍ਹੇ ਜਿਹੇ ਗੱਲਾਂ ਕਰਕੇ ਤੇ ਬਾਅਦ ਵਿੱਚ ਇੱਕੋ ਦਵਾਈ ਦੇ ਦਿੱਤੀ। ਕਹਿਣ ਲੱਗੇ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਰ ਲਓ, ਬਾਕੀ ਆਪੇ ਚੜ ਜਾਏਗਾ, ਬਾਕੀ ਆਪੇ ਡਿੱਗ ਪਏਗਾ। ਸ਼ਕਤੀ ਨਹੀਂ ਮਿਲੇਗੀ ਵਿਕਾਰਾਂ ਨੂੰ, ਕਿੱਥੋਂ ਖੜੇ ਹੋਣਗੇ, ਕਿਵੇਂ ਉੱਠਣਗੇ? ਤੇ ਜਿੰਨਾ ਚਿਰ ਤੁਸੀਂ ਪ੍ਰੇਮ ਨਹੀਂ ਕਰਦੇ, ਉਹਨਾਂ ਸਮਾਂ ਤੇ ਫਿਰ ਜਿਵੇਂ ਆ ਬੱਚੇ ਰੋਂਦੇ ਨੇ, ਉਹਨਾਂ ਨੂੰ ਗਲੋਂ ਫੜ ਕੇ ਘੁੱਟਦੀਆਂ ਰਹਿੰਦੀਆਂ ਬੀਬੀਆਂ ਵੀ ਚੁੱਪ ਕਰੋ। ਉਹਨਾਂ ਦਾ ਸਿਰ ਕੋਈ ਦੱਬੀ ਜਾਏ, ਗਲਾ ਘੁੱਟੀ ਜਾਏ, ਕਿਵੇਂ ਚੁੱਪ ਕਰਨਗੇ? ਇਸ ਤਰ੍ਹਾਂ ਨਹੀਂ ਚੁੱਪ ਕਰਦੇ ਹੋ। ਵਿਕਾਰ ਵੀ ਇਸ ਤਰ੍ਹਾਂ ਨਹੀਂ ਹਟ ਸਕਦੇ। ਜਿੰਨਾ ਚਿਰ ਆਦਮੀ ਪ੍ਰੇਮ ਦੀ ਦੁਨੀਆ ਵਿੱਚ ਜੁੜਨਾ ਨਹੀਂ ਜਾਣ ਲੈਂਦਾ, ਉਹਦੇ ਤੋਂ ਬਾਅਦ ਇਸ ਦੇਹ ਦੇ ਜਿੰਨੇ ਵੀ ਨੈਗੇਟਿਵ ਐਨਰਜੀਆਂ ਨੇ, ਸਾਰੀਆਂ ਪੋਜ਼ਿਟਿਵ ਹੁੰਦੀਆਂ ਨੇ। ਪ੍ਰੇਮ ਸਾਰੀਆਂ ਨੂੰ ਕੰਟਰੋਲ ਕਰ ਲੈਂਦਾ। ਉਹਦੀ ਵਾਸ਼ਨਾ ਵੀ ਇੱਕ ਬੈਲੈਂਸ ਵਿੱਚ, ਉਹਦਾ ਕ੍ਰੋਧ ਵੀ ਬੈਲੈਂਸ ਵਿੱਚ, ਮੋਹ ਵੀ, ਲੋਭ ਵੀ, ਹੰਕਾਰ ਵੀ, ਇਹ ਸਾਰੀਆਂ ਚੀਜ਼ਾਂ ਨੂੰ ਉਹ ਕੰਟਰੋਲ ਕਰਦਾ ਹੈ, ਐਨਰਜੀ ਨੂੰ ਇਕੱਠੀ ਕਰ ਲੈਂਦਾ ਹੈ। ਔਰ ਇਸ ਕਰਕੇ ਧਾਰਮਿਕ ਬੰਦੇ ਦੀ ਇੱਕ ਕਾਮਨਾ ਹੈ, ਉਹ ਥੋੜ੍ਹੇ ਚਿਰ ਲਈ ਕਰਦਾ। ਉਹ ਕਿਹੜੀ ਕਾਮਨਾ? ਉਹਦੀ ਕਾਮਨਾ ਪ੍ਰੇਮ ਹੈ। ਪਰਮਾਤਮਾ ਦੀ ਕਾਮਨਾ ਵੀ ਪ੍ਰੇਮ ਹੈ, ਇੱਛਾ ਹੈ, ਲੋਭ ਹੈ, ਤੇ ਉਹਦੇ ਵਿੱਚੋਂ ਹੀ ਪਰ ਉਪਕਾਰ ਪੈਦਾ ਹੁੰਦਾ ਹੈ, ਦੂਸਰਾ ਨਹੀਂ। ਇਸ ਕਰਕੇ ਬਚਨ ਕਰਦੇ ਤੇਰੇ ਵਿੱਚ ਕੋਈ ਇੱਛਾ ਨਹੀਂ। ਕਲਗੀਧਰ ਪਾਤਸ਼ਾਹ ਕਹਿੰਦੇ ਨਮਸਤੰ ਨਿਰਕਾਮੇ, ਤੇਰੇ ਵਿੱਚ ਕੋਈ ਕਾਮਨਾ ਨਹੀਂ ਉੱਠਦੀ, ਤੈਨੂੰ ਕੋਈ ਵਾਪਸੀ ਕਿਸੇ ਵੱਲੋਂ ਉਮੀਦ ਨਹੀਂ ਕਿ ਤੂੰ ਕਿਸੇ ਨੂੰ ਦੇ ਕੇ ਆਇਆ ਹੀਰੇ ਜਵਾਹਰਾਤ, ਤਾਂ ਤੂੰ ਇੰਨਾ ਕੁਝ ਦਿੱਤਾ ਤਾਂ ਤੈਨੂੰ ਕਾਮਨਾ ਨਹੀਂ। ਕਾਮਨਾ ਰੱਖ ਕੇ ਦਿੰਦਾ ਹੀ ਨਹੀਂ, ਕਿਉਂਕਿ ਉਹਦਾ ਪੁਰਾਣਾ ਤਜਰਬਾ ਹੋ ਗਿਆ। ਸੰਸਾਰ ਦੇ ਲੋਕ ਲੈਂਦੇ ਨੇ, ਦਿੰਦੇ ਨਹੀਂ। ਇਸ ਕਰਕੇ ਉਹਨੂੰ ਪੁਰਾਣਾ ਤਜਰਬਾ ਹੋ ਜਾਂਦਾ। ਉਹ ਕਹਿੰਦਾ ਛੱਡੋ, ਲੈ ਜਾਓ। ਉਹ ਕਹਿੰਦੇ ਜ਼ਰੂਰ ਨੇ ਦਿਆਂਗੇ 10ਵਾਂ ਹਿੱਸਾ, ਤਾਂ ਰੱਬ ਕਹਿੰਦਾ ਚਲੋ ਦੇ ਦੇਣਾ, ਕੋਈ ਗੱਲ ਨਹੀਂ, ਚੰਗੀ ਗੱਲ। ਜੇ ਚੇਤੇ ਰਹਿ ਗਿਆ ਤਾਂ ਦੇ ਦੇਣਾ, ਜੇ ਨਾ ਰਿਹਾ ਇਹ ਤੁਹਾਡੀ ਮਰਜ਼ੀ। ਮੈਂ ਨਹੀਂ ਉਡੀਕਦਾ ਤੁਹਾਨੂੰ, ਉਹਦਾ ਪੁਰਾਣਾ ਤਜਰਬਾ ਹੈ। ਸੰਸਾਰੀ ਨਹੀਂ ਦਿੰਦੇ, ਭੁੱਲ ਜਾਂਦੇ ਨੇ।
ਬਿਰਤੀ ਹੈ ਐਸੀ ਮਨੁੱਖ ਦੀ, ਉਹ ਇਸ ਤਰ੍ਹਾਂ ਦੀ ਦੁਨੀਆ ਵਿੱਚ ਹੈ ਕਿ ਉਹ ਲੈਣਾ ਜਾਣਦਾ ਹੈ, ਉਹ ਦੇਣਾ ਨਹੀਂ ਜਾਣਦਾ। ਉਹਨੂੰ ਪਕੜਨਾ ਆਉਂਦਾ, ਉਹਨੂੰ ਛੱਡਣਾ ਨਹੀਂ ਆਉਂਦਾ। ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀ, ਫਿਰ ਚਲਾਕ ਵੀ ਬੜਾ ਮਨੁੱਖ, ਕਿ ਇੱਕ ਸੱਜਣ ਹੈ ਤਾਂ ਨਮਾਜ਼ੀ ਸੀ, ਨਮਾਜ਼ ਪੜ੍ਹਦਾ ਸੀ, ਤਾਂ ਸੈਰ ਕਰਨ ਲਈ ਨਿਕਲਿਆ। ਰਸਤੇ ਵਿੱਚ ਇੱਕ ਖਜੂਰ ਆ ਗਈ। ਆਦਮੀ ਦੀ ਮਨੋਬਿਰਤੀ ਕੀ ਹੈ? ਧਰਮ ਨੂੰ ਉਹ ਸਿਰਫ, ਰੱਬ ਨੂੰ ਸਿਰਫ ਵਿੱਚ ਲਿਆਉਂਦਾ ਜਦੋਂ ਉਹਦੀ ਮਜਬੂਰੀ ਬਣ ਜਾਏ, ਉਸ ਤੋਂ ਪਹਿਲਾਂ ਨਹੀਂ। ਤਾਂ ਖਜੂਰ ਆ ਗਏ, ਉੱਤੇ ਧਿਆਨ ਮਾਰਿਆ, ਲਾਲ ਖਜੂਰਾਂ ਬਿਲਕੁਲ ਪੱਕੀਆਂ ਹੋਈਆਂ। ਮਨ ਵਿੱਚ ਤੋੜਨ ਦੀ ਬਿਰਤੀ, ਲੋਭ ਆ ਗਿਆ, ਪਰ ਉੱਚੀ ਬੜੀ ਹੈ, ਖਜੂਰ ਤੇ ਕਦੀ ਚੜ੍ਹਿਆ ਨਹੀਂ, ਅਭਿਆਸ ਨਹੀਂ। ਉੱਥੇ ਖਲੋ ਕੇ ਉਹਨੇ ਖੁਦਾ ਦੇ ਅੱਗੇ ਇੱਕ ਅਰਦਾਸ ਕੀਤੀ। ਕਹਿਣ ਲੱਗਾ, ਖਜੂਰਾਂ ਬੜੀਆਂ ਨੇ, ਜੇ ਸਾਰੀਆਂ ਟੁੱਟ ਗਈਆਂ ਤੇ 100 ਦੀਆਂ ਨੇ ਘੱਟੋ ਘੱਟ ਬਾਜ਼ਾਰ ਵਿੱਚ, ਖਾਵਾਂਗਾ ਵੀ, ਵੇਚ ਵੀ ਸਕਣਾ। 100 ਰੁਪਏ ਦੀਆਂ ਹੋਣਗੀਆਂ, 100 ਦਿਨਾਰ ਦੀਆਂ। ਮੈਂ ਚੜ੍ਹਿਆ ਕਦੀ ਨਹੀਂ ਖਜੂਰ ਤੇ, ਕੰਮ ਬੜਾ ਖਤਰਨਾਕ ਹੈ, ਤੇ ਮੈਂ ਤੇਰੇ ਚਰਨਾਂ ਵਿੱਚ ਐ ਖੁਦਾ ਬੇਨਤੀ ਕਰਨਾ ਵੀ ਜੇ ਮੈਂ ਕਾਮਯਾਬ ਹੋ ਗਿਆ ਸਾਰੀਆਂ ਖਜੂਰਾਂ ਤੋੜਨ ਵਿੱਚ, 100 ਦੀਆਂ ਵਿਕੀਆਂ ਤੇ 10 ਦਿਨਾਰ ਤੇਰੇ। ਇਹ ਕੀਤੀ ਉਹਨੇ ਅਰਦਾਸ, ਖਜੂਰ ਤੇ ਚੜ੍ਹਨ ਲੱਗ ਪਿਆ, ਪੱਲਾ ਫੜ ਲਿਆ, ਪਿੱਛੇ ਪਾ ਲਿਆ ਤੋੜਨ ਲਈ। ਚੜ੍ਹਦਾ ਗਿਆ, ਚੜ੍ਹਦਾ ਗਿਆ, ਇੱਕ ਇੱਕ ਪੈਰ ਨਾਲ ਖੁਦਾ ਨੂੰ ਚੇਤੇ ਕਰਦਾ ਗਿਆ, ਦਿਆਂਗਾ 10ਵਾਂ ਹਿੱਸਾ ਦਿਆਂਗਾ। ਤੇ ਜਦੋਂ ਸਿਰੇ ਤੇ ਚੜ੍ਹ ਗਿਆ ਨਾ, ਮਨ ਨੇ ਅੰਦਰੋਂ ਆਵਾਜ਼ ਦਿੱਤੀ ਵੀ ਚੜ੍ਹ ਤੇ ਜਾਣਾ ਹੀ ਸੀ, ਐਵੇਂ ਰੱਬ ਨਾਲ ਪੰਗਾ ਪਾ ਬੈਠਾ, ਉਹਨੂੰ ਕਹਿ ਬੈਠਾ, ਹੁਣ ਚੜ੍ਹਨਾ ਤੇ ਮੈਂ ਹੀ ਸੀ ਨਾ, ਉਹਨੇ ਕਿਹੜਾ ਮੈਨੂੰ ਡਾਂਗ ਹੱਥ ਪਾ ਕੇ ਉੱਤੇ ਚੜ੍ਹਾਇਆ ਹੈ। ਉੱਪਰ ਚੜ੍ਹਿਆ, ਖਜੂਰਾਂ ਤੋੜਦਾ ਗਿਆ, ਸਾਰੀਆਂ ਤੋੜ ਲਈਆਂ, ਕਾਮਯਾਬ ਹੋ ਗਿਆ। ਪਰ ਧਿਆਨ ਉਧਰ ਵੀ ਉਹਨੇ 100 ਰੁਪਏ ਦੀਆਂ, 100 ਦਿਨਾਰ ਦੀਆਂ ਨੇ, ਹੁਣ 10 ਦੇਣੇ ਪੈਣੇ ਨੇ ਖੁਦਾ ਦੇ ਨਾਂ ਤੇ। ਜਦੋਂ ਸਾਰੀਆਂ ਟੁੱਟ ਗਈਆਂ, ਉਹ ਕਹਿੰਦਾ ਜੀ ਨਹੀਂ, 10 ਤੇ ਬਹੁਤ ਜ਼ਿਆਦਾ ਨੇ, 5 ਨਾਲ ਸਰ ਜਾਏਗਾ, 5 ਦਿਆਂਗਾ। ਸਹਿਜੇ ਸਹਿਜੇ ਥੱਲੇ ਉਤਰਨ ਲੱਗ ਪਿਆ, ਤੇ ਜਿਉਂ-ਜਿਉਂ ਇੱਕ-ਇੱਕ ਕਦਮ ਥੱਲੇ ਆਉਂਦਾ ਗਿਆ, ਇੱਕ-ਇੱਕ ਦਿਨਾਰ ਘਟਦਾ ਗਿਆ। ਫਿਰ 4 ਤੇ ਆ ਗਿਆ, ਕਹਿਣ ਲੱਗਾ ਨਹੀਂ ਭੁਲੇਖਾ ਲੱਗ ਗਿਆ ਸੀ, ਕਹਿਣ ਲੱਗਿਆ 4 ਦਿਆਂਗਾ। ਫਿਰ ਹੋਰ ਨੇੜੇ ਆ ਗਿਆ ਵੀ ਹੁਣ ਡਿੱਗਣ ਦਾ ਖਤਰਾ ਘਟਦਾ ਹੈ ਨਾ ਪਿਆ। ਅੱਧ ਕੁਝ ਆਇਆ ਤੇ ਬਿਲਕੁਲ ਸਾਫ਼ ਹੀ ਮੁੱਕਰ ਗਿਆ। ਕਹਿਣ ਲੱਗੇ ਤੂੰ ਕਿਹੜਾ ਇੱਥੇ ਆ ਕੇ ਮੈਨੂੰ ਮੰਜੀ ਤੇ ਬਿਠਾਇਆ, ਚੜ੍ਹਿਆ ਤੇ ਮੈਂ ਆਪ ਆ ਖਜੂਰ ਤੇ, ਕੋਈ ਦਿਨਾਰ ਨਹੀਂ, ਕੋਈ ਦਸਵੰਧ ਨਹੀਂ। ਕੁਦਰਤੀ ਉਧਰੋਂ ਪੈਰ ਤਿਲਕ ਗਿਆ, ਜ਼ਮੀਨ ਤੇ ਡਿੱਗ ਪਿਆ, ਚੋਟ ਲੱਗ ਗਈ, ਹੱਡੀ ਖਿਸਕ ਗਈ, ਖਜੂਰਾਂ ਇੱਕ ਪਾਸੇ ਖਿਲਰ ਗਈਆਂ, ਹੱਡੀ ਟੁੱਟ ਗਈ। ਪਰ ਬੰਦਾ ਚਲਾਕ ਇੰਨਾ ਹੈ, ਅਜੇ ਵੀ ਨਹੀਂ ਮੰਨਿਆ। ਉੱਠ ਕੇ ਕਹਿੰਦਾ ਮੈਂ ਤਾਂ ਵੈਸੇ ਮਖੌਲ ਕੀਤਾ ਸੀ ਤੇਰੇ ਨਾਲ, ਦਿਨਾਰ ਤੇ ਦੇਣੇ ਦੇਣੇ ਸਨ, ਰੁਪਈਏ ਤਾਂ ਦੇਣੇ ਦੇਣੇ ਸਨ, ਮਖੌਲ ਵਿੱਚ ਕਹਿ ਰਿਹਾ ਸਾਂ, ਤੂੰ ਸੱਚੀ ਸਮਝ ਗਿਆ। ਇਹ ਬੰਦੇ ਦੀ ਹਾਲਾਤ ਹੈ, ਉਹਦਾ ਜੀਵਨ ਰੱਬ ਨਾਲ ਵਪਾਰ ਕਰਦਾ ਹੈ ਔਰ ਚਲਾਕੀ ਵੀ ਕਰਦਾ ਹੈ, ਪਰ ਉਹ ਸਿਆਣਾ ਬੜਾ ਹੈ। ਜੇ ਕੋਈ ਉਹਦੇ ਨਾਲ ਸਿੱਧੇ ਢੰਗ ਨਾਲ ਵਰਤੇ ਤੇ ਕੋਈ ਨਾ ਨਹੀਂ, ਹਰ ਇੱਕ ਪੱਖੋਂ। ਇਸ ਲਈ ਕਲਗੀਧਰ ਪਾਤਸ਼ਾਹ ਉਹਨੂੰ ਕਹਿੰਦੇ ਨਮਸਤੰ ਨਿਰਕਾਮੇ, ਤੇਰੇ ਵਿੱਚ ਕੋਈ ਇੱਛਾ ਨਹੀਂ ਕਿ ਤੂੰ ਫਲਾਣੇ ਨੂੰ ਇੰਨਾ ਕੁਝ ਦਿੱਤਾ ਹੈ ਤੇ ਉਡੀਕ ਨਹੀਂ ਕਰਦਾ ਤੂੰ ਬਈ ਆਵੇਗਾ, ਕਿਉਂਕਿ ਉਹਦੇ ਪੁਰਾਣੇ ਤਜਰਬੇ ਨੇ, ਬੜੇ ਘੱਟ ਆਉਂਦੇ ਨੇ। ਅੱਗੇ ਉਹਦਾ ਸੁਭਾਅ ਗਿਣਿਆ, ਕਹਿੰਦੇ ਨਮਸਤੰ ਨਿਰਧਾਤੇ। ਇਹ ਧਾਤੇ ਜਿਹੜਾ ਸ਼ਬਦ ਹੈ, ਧਾਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਆਇਆ ਹੈ, ਕਈ ਵਾਰੀ ਆਇਆ। ਲਿਵ ਧਾਤ ਦੋਏ ਰਾਹ ਹੈ। ਲਿਵ ਕਹਿੰਦੇ ਨੇ ਮਨ ਦਾ ਟਿਕ ਜਾਣਾ, ਧਾਤ ਕਹਿੰਦੇ ਨੇ ਧੌਣਾ। ਧੌਣਾ ਦਾ ਮਤਲਬ ਭੱਜਣਾ, ਦੌੜਨਾ, ਭੱਜ ਦੌੜ ਕਰਨੀ। ਲਿਵ ਧਾਤ ਦੋਏ ਰਾਹ ਹੈ। ਇੱਕ ਟਿਕਣ ਦਾ ਰਾਹ ਹੈ ਮਨ ਦਾ, ਇੱਕ ਭੱਜਣ ਦਾ ਰਾਹ ਹੈ, ਉਹ ਧਾਤ ਦਾ ਰਾਹ। ਧਾਤ ਦੇ ਅਰਥ ਨੇ ਮਾਇਆ।
दौड़ भज करनी। सतगुरु कलगीधर पातशाह एक बचन कहते कहते नमस्तंग निरधाते, तू दौड़दा नहीं, तू भजदा नहीं। ये ਉਹਦੇ ਵਿੱਚ बड़ा ਵੱਡਾ गुण है भी ਇੰਨਾ ਵੱਡਾ ਦਫ਼ਤਰ ਸਾਂਭ ਕੇ ਬੈਠਾ ਹੈ, ਭਜਦਾ ਨਹੀਂ, ਫਿਰ ਵੀ ਦੌੜਦਾ ਨਹੀਂ। ਤੁਸੀਂ ਵੇਖੋਗੇ ਉਹਦਾ ਕੰਮ ਕਿੰਨਾ ਹੈ। ਪਰਿਵਾਰ ਦੇ 4 ਜੀ ਹੋਣ ਤੇ ਬੰਦਾ ਸਮੇਂ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਸੋਚ ਵਿੱਚ, ਇਹਨਾਂ ਨੂੰ ਕਿੱਥੋਂ ਪੂਰਾ ਕਰਾਂਗਾ, ਇਹਨਾਂ ਦਾ ਗੁਜ਼ਾਰਾ ਕਿਵੇਂ। 4 ਮੈਂਬਰ ਨੇ, 2-4 ਰਿਸ਼ਤੇਦਾਰ ਨੇ, ਬੜੀ ਚਿੰਤਾ ਹੈ। ਸਤਿਗੁਰੂ ਕਹਿੰਦੇ ਹੈ ਅਕਾਲ ਪੁਰਖ ਤੂੰ ਕਿਵੇਂ ਦਾ ਹੈ, ਅਰਬਾਂ ਲੋਕਾਂ ਦੀ ਸੰਭਾਲ ਕਰ ਰਿਹਾ ਹੈ ਤੇ ਜਿਹੜਾ ਤੈਨੂੰ ਜਿੱਥੇ ਯਾਦ ਕਰਦਾ ਉਹਦੀ ਗੱਲ ਵੀ ਸੁਣ ਲੈਣਾ, ਸਾਰਿਆਂ ਨੂੰ ਪਾਲਦਾ ਵੀ ਹੈ, ਸਾਰਿਆਂ ਦੀ ਹਿਫਾਜ਼ਤ ਵੀ ਕਰਨਾ ਹੈ। ਔਰ ਇਹ ਉਹਦਾ ਗੁਣ ਸਤਿਗੁਰੂ ਨੇ ਫਿਰ ਆਪਣੀ ਹੋਰ ਬਾਣੀ ਵਿੱਚ ਕਿਹਾ। ਉਹ ਕਹਿੰਦੇ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਇਹ ਵੀ ਕਲਗੀਆਂ ਵਾਲੇ ਦੀ ਬਾਣੀ ਹੈ। ਕਹਿੰਦੇ ਜਿਹੜੇ ਤੈਨੂੰ ਜਾਣਦੇ ਨੇ ਸਾਨੂੰ ਦੇ ਰਿਹਾ, ਤੂੰ ਉਹਨਾਂ ਨੂੰ ਵੀ ਦੇਣਾ। ਅਜਾਨ ਕੋ ਦੇਤ, ਜਿਹੜੇ ਤੈਨੂੰ ਨਹੀਂ ਜਾਣਦੇ ਕਹਿੰਦੇ ਨੇ ਕੋਈ ਨਹੀਂ ਦੇਣ ਵਾਲਾ, ਉਹਨਾਂ ਨੂੰ ਵੀ ਦੇ ਰਿਹਾ। ਜ਼ਮੀਨ ਕੋ ਦੇਤ, ਜ਼ਮੀਨ ਤੇ ਵਸਣ ਵਾਲਿਆਂ ਨੂੰ ਦੇਣਾ। ਜਮਾਨ ਕੋ ਦੇਤ, ਸਾਰੇ ਜ਼ਮਾਨੇ ਨੂੰ ਦੇ ਰਿਹਾ। ਕਹਿੰਦੇ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ, ਸਮਝਾਉਂਦੇ ਨੇ ਕਹਿੰਦੇ ਡੋਲਦਾ ਕਿਉਂ ਹੈ, ਮਨੁੱਖ ਨੂੰ ਸਮਝਾ ਰਹੇ। ਕਾਹੇ ਕੋ ਡੋਲਤ ਹੈ, ਤੁਮਰੀ ਸੁਧ ਸ੍ਰੀ ਪਦਮਾ ਪਤ ਲੈ ਹੈ। ਸੁਧ ਦਾ ਅਰਥ ਹੈ ਖਬਰ। ਤੈਨੂੰ ਪਤਾ ਹੈ ਕਿ ਦਿਨ ਵਿੱਚ 3-4 ਵਾਰੀ ਤੇਰੀ ਖਬਰ ਲੈਣ ਆਉਂਦਾ ਹੈ, ਬਈ ਸੁੱਤਾ ਹੈ ਕਿ ਜਾਗਦਾ ਹੈ, ਕਿ ਤੈਨੂੰ ਕੋਈ ਰੋਗ ਤਾਂ ਨਹੀਂ ਹੋ ਰਿਹਾ, ਕਰਾਂ ਕੋਈ ਇਲਾਜ, ਤੂੰ ਪ੍ਰਸ਼ਾਦਾ ਛਕਿਆ ਕਿ ਨਹੀਂ। ਤੇਰੀ ਖਬਰ ਰੱਖਦਾ ਹੈ, ਸਾਰ ਰੱਖਦਾ ਹੈ, ਪਰ ਤੈਨੂੰ ਨਹੀਂ ਪਤਾ ਮੇਰੀ ਖਬਰ ਲੈ ਰਿਹਾ ਕੋਲ ਖਲੋ ਕੇ। ਜਿੱਦਣ ਤੈਨੂੰ ਇਹ ਸਮਝ ਆ ਗਈ ਫਿਰ ਤੇਰੇ ਤੇ ਉਹਦੇ ਵਿੱਚ ਫਰਕ ਨਹੀਂ ਰਹੇਗਾ, ਦੀਵਾਰ ਟੁੱਟ ਜਾਏਗੀ। ਫਰਕ ਇੰਨਾ ਹੀ ਹੈ, ਉਹ ਸਾਨੂੰ ਜਾਣਦਾ ਹੈ, ਸਾਡੀ ਖਬਰ ਲੈਂਦਾ ਹੈ, ਅਸੀਂ ਉਹਦੀ ਖਬਰ ਨਹੀਂ ਲੈਂਦੇ। ਅਸੀਂ ਆਪਣੇ ਤੇ ਹਾਲ ਦੱਸਨੇ ਆ, ਇਹ ਹੋ ਗਿਆ ਜੀ, ਇਹ ਹੋ ਗਿਆ, ਸਤਿਗੁਰੂ ਕਿਰਪਾ ਕਰਨੀ। ਕਦੀ ਇਹ ਵੀ ਪੁੱਛਿਆ ਤੁਹਾਡਾ ਕੀ ਹਾਲ ਹੈ, ਕਦੀ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਹ ਸ਼ਬਦ ਤਾਂ ਕਿਸੇ ਹੋਰ ਦੁਨੀਆ ਵਿੱਚੋਂ ਆਉਣਗੇ ਨਾ, ਤੁਹਾਡਾ ਕਿਵੇਂ ਚੱਲਦਾ ਹੈ, ਤੇ ਸਤਿਗੁਰੂ ਵੀ ਫਿਰ ਕੋਈ ਨਾ ਕੋਈ ਜਵਾਬ ਜ਼ਰੂਰ ਦੇਣਗੇ। ਕਹਿੰਦੇ ਸਵੇਰ ਤੋਂ ਸ਼ਾਮ ਤਾਈਂ ਹਜ਼ਾਰਾਂ ਆਉਂਦੇ ਨਹੀਂ, ਸਾਰੇ ਆਪਣਾ ਹਾਲ ਦੱਸ ਜਾਂਦੇ, ਮੇਰਾ ਕੋਈ ਨਹੀਂ ਪੁੱਛਦਾ। ਇਹ ਚੱਲਦਾ ਇੱਥੇ, ਕੋਈ ਨਹੀਂ ਪੁੱਛਦਾ ਤੁਸੀਂ ਕਿਵੇਂ ਹੋ, ਕੋਈ ਨਹੀਂ ਇਹ ਗੱਲ ਕਰਦਾ, ਬਸ ਲਿਸਟਾਂ ਫੜੀਆਂ ਹੋਈਆਂ ਵੱਡੀਆਂ ਵੱਡੀਆਂ ਕਹਿ ਜਾਂਦੇ ਸਾਰੇ। ਇਸ ਤਰ੍ਹਾਂ ਦਾ ਉਹਦਾ ਸੁਭਾਅ ਹੈ, ਸਾਰਿਆਂ ਦੀ ਖਬਰ ਲੈਂਦਾ ਹੈ। ਔਰ ਹਜ਼ੂਰ ਨੇ ਉਹਦਾ ਸੁਭਾਅ ਇਹ ਵੀ ਗਿਣਿਆ, ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ। ਉਹ ਪਾਲਣਾ ਕਰਦਾ ਸਾਰਿਆਂ ਦੀ, ਪਾਲਣਾ ਸਾਰਿਆਂ ਦੀ ਕਰਦਾ ਹੈ, ਉਬਾਰਦਾ ਸਾਰਿਆਂ ਨੂੰ ਨਹੀਂ। ਖਿਆਲ ਰੱਖਣਾ, ਫਰਕ ਹੈ ਇਹਦੇ ਵਿੱਚ। ਪਾਲਣਾ ਕਰਨੀ ਹੋਰ ਚੀਜ਼ ਹੈ। ਇੱਕ ਥਾਂ ਤੇ ਗੁਰੂ ਅਰਜਨ ਦੇਵ ਜੀ ਨੇ ਵੀ ਇਹ ਬਚਨ ਕੀਤਾ ਹੈ। ਉਹ ਕਹਿੰਦੇ ਨੇ ਕਿ ਪਾਲਦਾ ਸਾਰਿਆਂ ਨੂੰ ਹੈ, ਪਰ ਭਗਤਾਂ ਨਾਲ ਪਿਆਰ ਵੀ ਕਰਦਾ ਹੈ, ਵੱਖਰਾ ਹੈ, ਫਰਕ ਬੜਾ ਹੈ। ਅਸੀਂ ਕਹਿੰਦੇ ਹਾਂ ਫਿਰ ਫਰਕ ਕੀ ਹੋਇਆ, ਜਿਹੜੇ ਉਹਨੂੰ ਜਪਦੇ ਉਹਨਾਂ ਨੂੰ ਵੀ ਰੋਟੀਆਂ ਦਿੰਦਾ, ਜਿਹੜੇ ਨਹੀਂ ਜਪਦੇ ਫਿਰ ਕਿਉਂ ਜਪਦੇ ਫਿਰਦੇ ਹੋ, ਐਵੇਂ ਸਵੇਰੇ ਗਿੱਟੇ ਰਗੜਦੇ ਹੋ, ਕੀ ਗੱਲ ਹੈ। ਫਰਕ ਬੜਾ ਹੈ। ਇੱਕ ਘਰ ਵਿੱਚ ਇੱਕ ਮਾਂ ਹੈ, ਇੱਕ ਉਹਨੇ ਨੌਕਰ ਰੱਖਿਆ, ਇੱਕ ਉਹਦਾ ਬੱਚਾ ਹੈ। ਰੋਟੀ ਉਹ ਦੋਵਾਂ ਨੂੰ ਦਿੰਦੀ ਹੈ, ਪਰ ਉਹਦੇ ਵਿੱਚ ਕੀ ਫਰਕ ਹੈ, ਨੌਕਰ ਵਿੱਚ ਤੇ ਬੱਚੇ ਵਿੱਚ ਕੀ ਫਰਕ ਹੈ। ਫਰਕ ਇੰਨਾ ਹੈ ਵੀ ਨੌਕਰ ਨੂੰ ਇਕੱਲੀ ਰੋਟੀ ਮਿਲਦੀ ਹੈ, ਪੁੱਤਰ ਨੂੰ ਨਾਲ ਮਾਂ ਪਿਆਰ ਵੀ ਕਰਦੀ ਹੈ। ਸੰਸਾਰੀ ਨਾਲ ਵੀ ਰੱਬ ਪਿਆਰ ਕਰਦਾ ਹੈ, ਪਰ ਨੌਕਰ ਵਾਲਾ ਭਗਤ ਨਾਲ ਵੀ ਪਿਆਰ ਕਰਦਾ ਹੈ, ਪਰ ਪੁੱਤਰ ਵਾਲਾ।
इस करके गुरु अर्जन देव जी कहते सब जी तेरे दयाला। जी सारे तेरे ने, कोई तेरे तो बाहर नहीं। सब जी तेरे दयाला, अपने भगत करें प्रतिपाला। देंदा सारिਆਂ ਨੂੰ है, पर जदों तू अपने भगत ਨੂੰ देना है ना रोजी, रोजी भी देना है, सिर ते हथ भी फेरना, पलोसना भी है, प्यार भी करना। बड़ा फर्क हो गया, बहुत फर्क पै गया। इस करके कहते दीनन की प्रतिपाल करै नित, संत उबार। ਉਹਦੀ एक आदत है, ਜਿਹੜਾ ਉਹਦਾ संत हो जाए, ਉਹਦਾ ਮਨ ਕਰਦਾ ਇਹਨੂੰ ਚੁੱਕਦਿਆਂ ਉੱਪਰ ਲੈ ਕੇ ਜਾਵਾਂ, ਵੱਖਰਾ ਕਰਦਿਆਂ, ਮਹਾਨ ਬਣਾ ਦਿਆਂ। ਉਹ ਭਾਵੇਂ ਕਿੰਨੀਆਂ ਲੱਤਾਂ ਖਿੱਚੀ ਜਾਏ ਪਰ ਨਹੀਂ ਛੱਡਦਾ, ਇਹ ਉਹਦੀ ਬਿਰਤੀ ਹੈ। ਹਜੂਰ ਨੇ ਬਚਨ ਕੀਤੇ ਬਾਣੀ ਵਿੱਚ, ਕਹਿੰਦੇ ਪ੍ਰਭ ਆਪਣੀ ਵਡਿਆਈ ਭਾਮਦੀ, ਜਨ ਕਾ ਜੈਕਾਰ ਕਰਾਈ। ਜੇ ਉਹਦੇ ਭਗਤ ਦੀ ਜੈ ਜੈਕਾਰ ਹੁੰਦੀ ਹੈ ਤੇ ਕੋਈ ਪ੍ਰਾਪੋ ਗੰਡਾ ਨਹੀਂ, ਇਹ ਰੱਬ ਦੀ ਮਜਬੂਰੀ ਬਣ ਜਾਂਦੀ। ਉਹਦਾ ਪਿਆਰ, ਉਹਦਾ ਸ਼ੌਂਕ ਹੈ, ਚਾਹੁੰਦਾ ਹੈ, ਉਹਦੀ ਜ਼ਰੂਰਤ ਹੈ, ਉਹਦੀ ਲੋੜ ਹੈ। ਇਸ ਕਰਕੇ ਕਹਿੰਦੇ ਸੰਤ ਉਬਾਰ ਗਨੀ ਮਨ ਗਾਰੈ। ਗਨੀ ਕਹਿੰਦੇ ਨੇ ਬਹੁਤੀ ਅਮੀਰੀ ਦਾ ਹੰਕਾਰ ਕਰਨ ਵਾਲਿਆਂ ਨੂੰ ਗਾਲ ਵੀ ਦਿੰਦਾ ਹੈ, ਜਿਹੜੇ ਬਹੁਤੇ ਹੰਕਾਰੀ ਆ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ। ਪਸ਼ ਪਸ਼ੂ ਨਗ ਨਾਗ ਨਰਾ ਧਬ, ਸਰਬ ਸਮੈ ਸਭ ਕੋ ਪ੍ਰਤਪਾਰੈ। ਨਾਗਾਂ ਨੂੰ, ਪਸ਼ੂਆਂ ਨੂੰ, ਕੁੱਤਿਆਂ ਨੂੰ, ਹਵਾ ਵਿੱਚ ਉੱਡਣ ਵਾਲੇ ਸਾਰਿਆਂ ਨੂੰ ਇੱਕੋ ਸਮੇਂ ਸਾਰਿਆਂ ਦੀ ਖਬਰ ਲਈ ਜਾਂਦਾ। ਸਰਬ ਸਮੇਂ ਸਭ ਕੋ ਪ੍ਰਤਪਾਰੈ। ਫਿਰ ਕਹਿੰਦੇ ਪੋਖਤ ਹੈ ਜਲ ਮੈਂ ਥਲ ਮੈਂ। ਧਰਤੀ ਵਿੱਚ ਵੀ ਉਹਦਾ ਨਿਵਾਸ, ਧਰਤੀ ਤੇ ਵੀ ਰਹਿੰਦਾ ਹੈ, ਪਾਣੀ ਤੇ ਵੀ ਰਹਿੰਦਾ ਹੈ। ਜਲ ਮੈਂ ਥਲ ਮੈਂ, पोखत है जल में थल में, पल में कल के नहीं कर्म विचारै। दीन दयाल दया निध, दोखन देखत है पर देत न हारै। दोखन ਦਾ ਅਰਥ ਹੈ ਬੰਦੇ ਦੇ ਪਾਪ ਵੇਖਦਾ ਹੈ। ਜਦੋਂ ਆਦਮੀ ਉਹਦੇ ਕੋਲ ਆਉਂਦਾ ਹੈ, ਉਹਦੇ ਪਾਪਾਂ ਨੂੰ ਵੇਖ ਕੇ ਉਹਦੀ ਰੋਜੀ ਬੰਦ ਨਹੀਂ ਕਰਦਾ। नहीं तो आम होंदा ना, तुसी वहिंदे हो ये नौकर है, इन्हें काम गलत कर दिता, अज की तनख्वाह तेरी कट देनी है, तू गलत करके आया, इनू बाहर कढ़ दिओ। कलगियां वाले पातशाह कहते तू इस तरह नहीं करता, पापियां दी रोजी बंद नहीं करता, उन्हां दे श्वास भी बंद नहीं करता, उन्हां नूं एक उम्मीद विच तू जगाई रखना है, ये कदी वापस आ जाणगे, कदी वापस आउणगे। इस करके गुरु पुन्नियां नूं आवाज़ घट दिंदा है, पापियां नूं ज़्यादा दिंदा है, उन्हां नूं पिछों सद लैंदा है। बड़ी वड्डी गल है। किसे वेले ईसा मसीह ने यह गल कह दी कि मेरा जिहड़ा रब है, गॉड है, पापियां नूं लभदा फिरदा है। जिहड़े नाल तुरदे सन वो बह गए, ਕਹਿੰਦੇ ਫਿਰ ਅਸੀਂ ਕੀ ਕਰਨਾ ਤੁਹਾਡੇ ਨਾਲ, ਤੁਹਾਡਾ ਰੱਬ ਬੜਾ ਅਜੀਬ ਹੈ, ਅਸੀਂ ਕੰਮ ਛੱਡ ਕੇ ਤੁਹਾਡੇ ਨਾਲ ਤੁਰੇ। ਉਹ ਉਹਨਾਂ ਨੂੰ ਲੱਭਦਾ ਫਿਰਦਾ ਜਿਹੜੇ ਤੁਹਾਡੇ ਨਾਲ ਨਹੀਂ, ਜਿਹੜੇ ਪਾਪ ਕਰਦੇ ਨੇ। ਸਾਹਮਣੇ ਇੱਕ ਭੇਡਾਂ ਚਾਰਨ ਵਾਲੇ ਨੇ 20 ਭੇਡਾਂ ਬਿਠਾਈਆਂ ਸਨ ਤੇ ਬਿਠਾ ਕੇ ਝਾੜੀਆਂ ਵਿੱਚ ਤੁਰਿਆ ਫਿਰੇ, ਕੰਡੇ ਖਾਂਦਾ ਫਿਰੇ। ईसा ने क्या उन्होंने सद के लियाओ, बुलाया गया, कहन लगे की करना है। कहते एक भेड़ गवाच गई है जंगल विच, लभ रहा, उन्होंने लभण चलना। सामने किते बोल पई, दौड़ के गया, उन्होंने कंधे ते चुक के लिया। वो आजड़ी जिहड़ा ईसा ने कहा बस यही हालत है रब दी, जिहड़े उहदे कोल ने वो ते कोल बैठे ही हैं, वो उन्होंने लभदा जिहड़े उहदे तो भटक गए ने, जिहड़े दूर चले गए ने, उन्होंने खोजदा फिरदा, उन्होंने लभदा फिरदा, उन्होंने वापस लियाउणा चाहुंदा।
इस करके पाप भी नहीं वेखदा, उन्होंने लियाना चाहता है। कलगियां वाले पातशाह कहते दीन दयाल दया निध दोखन देखत है, पर देत न हारै नमस्तंग निरधाते। इन्ना काम करदा होया भी तू थकदा नहीं, भजदा नहीं, कोई जिम्मेवारी नहीं पैंदी। ये नहीं कहता भी कदों ये गलों लएगा जंजाल, किवें करांगे, नहीं, परवाह नहीं करदा। करी भी जाता है, काम भी करता है, काम तो प्रभावित भी नहीं हुंदा। अगला बचन कीता कहंदे नमस्तंग निरघाते। घात कहंदे ने मारना, तेनों कोई मार नहीं सकता, तेनों कोई कट नहीं सकता, तेरे ते किसी शस्त्र का कोई असर नहीं। फिर अगले बचन कीते कहंदे नमस्तंग निरधूते। धूत का मतलब हुंदा हिलना जुलना, डोल जाना, तू डोलदा नहीं। तेरे उत्ते कोई घात करे शस्त्र का, तू हिलदा ही नहीं, क्योंकि कोई शस्त्र तेनू कट नहीं सकता। नमस्तंग आभूते। भूत कहंदे तत्तां नूं, हे तत्तां तो रहत तैनू नमस्कार है। नमस्तंग आलोके। तैनू नमस्कार है, तू इस लोक तो पार भी है। अलोक जिहड़ा दिसदा नहीं, ये तो लोक है ना, इनू कहंदे लोक, वो है परलोक। ये लोक सुखिए परलोक सुहेले। तू इस लोक तक सीमित नहीं, जिथे जाके ये लोक खत्म हो जाता है, जिथे परलोक शुरू होता है, यदी हद मुकदी है, उथे भी तेरा निवास है। तेनू नमस्कार है कि तू लोक तो पार है, तू इस लोक तो अगे है। उन्होंने कहते आलोक परलोक। उस दुनिया नाल जुड़न का तरीका ही सतगुरु दस रहा। ते अगे बचन कीता कहते नमस्तंग अशोके। अशोके कहते ने, अशोके कहते जिन्हों शोक नहीं, जिन्हों गम नहीं, जिन्हों दुख नहीं है, उन्हों कोई शोक नहीं वापरदा, उन्हों कोई चिंता नहीं वापरदी। इन्ने वड्डे अडंबर नूं चलाउंदा होया भी कदी वो शोकी नहीं हुंदा, कदी चिंता विच नहीं जांदा। सब कहंदे नमस्तंग निरतापे। ताप तो रहत। तीन तरह के ताप गिने ने गुरबाणी विच, आद व्याध और उपाद। आद मन दे रोग, व्याध शरीर दे रोग, उपाद कल कलेश। इन्हां तिन्नां तो ऊपर रहन वाले तेनू नमस्कार है। ना तेनू रोग लगदा, ना तेरे मन नू रोग लगदा है, ना तू कदी कल कलेश विच रहिंदा है। जिहड़ा उहदे नाल जुड़ गया वो भी इन्हां तिन्नां तापां तो दूर चला गया। तां ही हजूर ने कहा तीने ताप निवारण हारा, दुख हंता सुख रास, ताको बिगन न को लागै, जाकी प्रभ आगै अरदास। नमस्तंग निरतापे। ताप तो रहत हैं, रोगां तो रहत हैं। फिर बचन कीता कहंदे नमस्तंग अथापे। थापण का मतलब है जिन्हों बनाया जाए, जिन्हों थापिया जाए, जिन्हों कोई अस्थापन करे, कोई उन्हों चुन लवे भी तेनू हुण बना दिता गया वोट पा के, वोटिंग द्वारा। जिन्हों कुछ बंदे अस्थापन करन ते उन्ना चिर उहदा अहुदा रहिंदा है। जे लोक ना मनन फिर वो अहुदा खारज हो जाता है। हजूर कहते तेनू इस गल की कोई परवाह नहीं। दुनिया का एक भी बंदा तेनू ना मन्ने, सारे इनकार कर देन। बेपरवाही सुभाव वही है ना। कोई आदमी ना मन्ने, तेरी शांति विच कोई फर्क नहीं पैंदा। नहीं तो बंदे का सुभाव तो आम यही है, आदमी आप नहीं जिउ सकता, उन्होंने दूजे चाहिए ने जिउण वास्ते। जो जिन्ना कुछ उहदे आले दुआले वलेटिया जाए उन्ना वो चंगा जिउंदा है।
ਜਿੰਨਾ ਉਹਦੇ ਆਲਿਓ ਦੁਆਲਿਓ ਕੁਝ ਲੈ ਜਾਏ ਓਨਾ ਹੀ ਰੋਣ ਲੱਗ ਪੈਂਦਾ ਹੈ। ਆ ਬੰਦੇ ਦੀ ਆਦਤ ਪੈ ਜਾਏ ਨਾ ਉਹਨੂੰ, ਵੀ 4 ਬੰਦੇ ਮੰਨਣ ਲੱਗ ਜਾਣ, 4 ਬੰਦੇ ਨਾਲ ਤੁਰਨ ਲੱਗ ਜਾਣ, ਵਡਿਆਈ ਜੇ ਮਿਲਣੀ ਸ਼ੁਰੂ ਹੋ ਜਾਏ, ਤੇ ਜੇ ਇੱਕ ਦਿਨ ਨਾ ਮਿਲੇ, ਖਾਣ ਲਈ ਰੋਟੀ ਮਿਲ ਜਾਂਦੀ ਹੈ ਪਰ ਉਹਨੂੰ ਤ੍ਰਿਪਤੀ ਨਹੀਂ ਆਉਂਦੀ, ਉਹਦਾ ਅੰਦਰ ਰੋਂਦਾ ਰਹਿੰਦਾ ਹੈ। ਅੱਜ ਨਹੀਂ ਕਿਸੇ ਨੇ ਝੁਕਾਇਆ ਸਿਰ, ਅੱਜ ਨਹੀਂ ਕਿਸੇ ਨੇ ਪੈਰ ਛੂਏ। ਬੜਾ ਵੱਡਾ ਰੋਗ ਹੈ, ਬਹੁਤ ਵੱਡਾ ਰੋਗ। ਰੱਬ ਵਿੱਚ ਨਹੀਂ ਹੈ, ਉਹ ਇੰਨਾ ਬੇਪਰਵਾਹ ਹੈ, ਜਿੰਨੇ ਉਹਦੇ ਕੋਲ ਆਉਣ ਸਾਰਿਆਂ ਨੂੰ ਜੀ ਆਇਆਂ ਕਹਿੰਦਾ, ਪ੍ਰਵਾਨ ਕਰ ਲੈਂਦਾ, ਸਾਰਿਆਂ ਨੂੰ ਪਿਆਰ ਕਰਦਾ ਹੈ। ਜਿੰਨੇ ਉਹਦੇ ਕੋਲ ਜ਼ਿਆਦੇ ਆਉਣ ਸਾਰਿਆਂ ਨੂੰ ਪਿਆਰ ਕਰੇਗਾ, ਜੇ ਉਹਦੇ ਕੋਲ ਇੱਕ ਵੀ ਨਾ ਆਵੇ ਤੇ ਉਲਾਮਾ ਵੀ ਨਹੀਂ ਦੇਗਾ। ਦੁੱਖ ਤੇ ਉੱਥੇ ਹੀ ਖਤਮ ਹੋਏਗਾ, ਨਹੀਂ ਤੇ ਬੰਦਾ ਦੁਖੀ ਰਹੇਗਾ। ਇਹਦਾ ਮਤਲਬ ਹੈ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਹਦੀ ਸਲਤਨਤ ਕਿਸੇ ਵੱਲੋਂ ਬਣਾਈ ਹੋਈ ਨਹੀਂ, ਉਹਦੇ ਅੰਦਰੋਂ ਹੀ ਪੈਦਾ ਹੋਈ ਹੈ। ਇਸ ਲਈ ਜਿਹੜੀਆਂ ਚੀਜ਼ਾਂ ਸੰਸਾਰ ਵੱਲੋਂ ਮਿਲਦੀਆਂ ਨੇ ਉਹਨਾਂ ਤੇ ਬਹੁਤਾ ਭਰੋਸਾ ਨਾ ਕਰਨਾ, ਬਹੁਤਾ ਭਰੋਸਾ ਨਹੀਂ। ਭਰੋਸਾ ਉਹਦੇ ਤੇ ਕਰਨਾ ਜਿਹੜੀ ਤੁਹਾਨੂੰ ਗੁਰੂ ਨੇ ਅੰਦਰੋਂ ਦਾਤ ਦੇ ਦਿੱਤੀ ਹੈ। ਉਹਨੂੰ ਕੋਈ ਖੋਹ ਨਹੀਂ ਸਕਦਾ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਉਹ ਬਾਦਸ਼ਾਹੀ ਬੜੀ ਮਹਾਨ ਹੈ। ਇਸ ਕਰਕੇ ਕਹਿੰਦੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਤ੍ਰੇਮਾਨੇ। ਤ੍ਰੇ ਦਾ ਅਰਥ ਹੈ 3 ਲੋਕ। ਤੂੰ 3 ਲੋਕਾਂ ਵਿੱਚ ਮੰਨੇ ਜਾਣ ਵਾਲੇ, ਤੈਨੂੰ ਨਮਸਕਾਰ ਹੈ। ਨਮਸਤੰ ਨਿਧਾਨੇ, ਤੈਨੂੰ ਨਮਸਕਾਰ ਹੈ। ਹੇ ਖਜ਼ਾਨੇ, ਹੇ ਗੁਣਾਂ ਦੇ ਖਜ਼ਾਨੇ, ਹੇ ਪਿਆਰ ਦੇ ਖਜ਼ਾਨੇ, ਤੈਨੂੰ ਨਮਸਕਾਰ ਹੈ। ਐਸੇ ਅਕਾਲ ਪੁਰਖ ਨੂੰ ਕਲਗੀਧਰ ਪਾਤਸ਼ਾਹ ਨਮਸਕਾਰ ਕਰਦੇ ਨੇ। ਆਓ 1-2 ਮਿੰਟ ਵਾਸਤੇ ਜੁੜਨ ਦਾ ਯਤਨ ਕਰੀਏ। ਸਾਰਿਆਂ ਨੇ ਇਕਾਗਰ ਚਿੱਤ ਹੋ ਕੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।